ਨਾਮ ਸ੍ਰੀ ਵਾਹਿਗੁਰੂ ਜੀ। ਮਨ ਤੂੰ ਜੋਤ ਸਰੂਪ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ, ਦੀਨ ਦਿਆਲ ਸਤਿਗੁਰੂ ਜੀ, ਜਿਨ੍ਹਾਂ ਦੇ ਅੰਮ੍ਰਿਤ ਬਚਨਾਂ ਨਾਲ ਅਗਿਆਨਤਾ ਦਾ ਹਨੇਰਾ ਨਾਸ਼ ਹੁੰਦਾ ਹੈ, ਜਿਨ੍ਹਾਂ ਸਤਿਗੁਰਾਂ ਜੀ ਦੇ ਦਰਸ਼ਨ ਪਾ ਕੇ ਪ੍ਰਾਣੀ ਮਾਤਰ ਦਾ ਹਿਰਦਾ ਠਰ ਜਾਂਦਾ ਏ, ਐਸੇ ਸਤਿਗੁਰੂ ਜੀ ਰਾਗ ਆਸਾ ਵਿੱਚ ਮਹਾਰਾਜ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਸ਼ਬਦ ਦੇ 4 ਬੰਦ ਸੰਪੂਰਨ ਹੋਏ ਹੈ। ਇਹ 10 ਪਦਿਆਂ ਵਾਲਾ ਸਤਿਗੁਰਾਂ ਜੀ ਨੇ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ। 5ਵਾਂ ਜੋ ਬੰਦ ਹੈ ਉਹ ਅੱਜ ਆਰੰਭ ਹੋਇਆ ਹੈ। ਸੱਚੇ ਪਾਤਸ਼ਾਹ ਜੀ ਚੌਥੇ ਬੰਦ ਵਿੱਚ ਕੱਲ ਬਖਸ਼ਿਸ਼ ਕਰ ਰਹੇ ਸਨ ਕਿ ਜਦੋਂ ਸਤਿਗੁਰੂ ਦਾ ਮਿਲਾਪ ਹੋਵੇ ਨਾ ਤੇ ਫਿਰ ਇਹ ਦੌੜਦਾ ਮਨ ਰੁਕ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ, ਇਉਂ ਕਹੇ ਨਾਨਕ ਸਤਿਗੁਰ ਮਿਲਿਆ ਤਾਵਤ ਥੰਮਿਆ। ਧਾਉਂਦਾ ਹੋਇਆ ਮਨ ਫਿਰ ਥੰਮਿਆ ਜਾਂਦਾ ਹੈ, ਰੁਕ ਜਾਂਦਾ ਹੈ। ਜਿਹੜਾ 10 ਹੀ ਦਿਸ਼ਾਵਾਂ ਵਿੱਚ ਭਟਕਦਾ ਹੀ ਰਹਿੰਦਾ ਹੈ, ਇੰਨਾ ਚੰਚਲ ਹੈ, ਕਦੇ ਰੁਕਦਾ ਹੀ ਨਹੀਂ। ਸਤਿਗੁਰੂ ਜੀ ਕਿਰਪਾ ਕਰਕੇ ਫਿਰ ਸਿੱਖ ਦੇ ਮਨ ਨੂੰ ਰੋਕ ਦਿੰਦੇ ਆ, ਮਹਾਰਾਜ ਮਨ ਨੂੰ ਠਹਿਰਾ ਦਿੰਦੇ ਆ। ਸੱਚੇ ਪਾਤਸ਼ਾਹ ਨਾਮ ਵਿੱਚ ਸਤਿਗੁਰੂ ਜੀ ਅਸਥਿਤ ਕਰ ਦਿੰਦੇ ਆ ਮਨ ਨੂੰ। ਨਾਮ ਵਿੱਚ ਠਹਿਰਿਆ ਹੋਇਆ ਮਨ ਆਨੰਦ ਨੂੰ ਮਹਿਸੂਸ ਕਰਦਾ ਹੈ, ਉਸ ਸੁੱਖ ਨੂੰ ਪ੍ਰਾਪਤ ਕਰਦਾ ਹੈ ਜਿਸ ਸੁੱਖ ਦੀ ਬਾਬਤ ਕਦੇ ਗੁਰੂ ਉਪਦੇਸ਼ ਵਿੱਚੋਂ ਸੁਣਿਆ ਸੀ ਪਰ ਮਾਣਿਆ ਨਹੀਂ ਸੀ। ਮਹਾਰਾਜ ਜੀ ਦੀ ਕਿਰਪਾ ਨਾਲ ਜਦੋਂ ਮਨ ਰੁਕ ਗਿਆ ਫੁਰਨਿਆਂ ਤੋਂ, ਤੇ ਫਿਰ ਉਸ ਸੁੱਖ ਨੂੰ, ਉਸ ਦਾ ਅਨੁਭਵ ਜਿਹੜਾ ਸੀ ਉਹ ਪ੍ਰਾਪਤ ਹੋ ਗਿਆ। ਸਤਿਗੁਰੂ ਜੀ ਕਹਿੰਦੇ ਨੇ, ਭਾਈ ਸਿੱਖੋ, ਗੁਰੂ ਸਾਹਿਬ ਦਾ ਮਿਲਾਪ, ਗੁਰੂ ਸਾਹਿਬ ਦਾ ਅੰਤਰ ਆਤਮੇ ਮਿਲਣਾ, ਬਾਹਰੋਂ ਸਤਿਗੁਰਾਂ ਦਾ ਦੀਦਾਰ ਕਰਨਾ ਤੇ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਮਹਾਰਾਜ ਦੀ ਸਿੱਖੀ ਸੱਚੇ ਮਨ ਤੋਂ ਕਮਾਉਣੀ, ਗੁਰੂ ਸਾਹਿਬ ਦੀ ਆਗਿਆ ਵਿੱਚ ਰਹਿਣਾ, ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਨਾਲ ਪਿਆਰ ਕਰਨਾ, ਮਹਾਰਾਜ ਜੀ ਨਾਲ ਇਹ ਮਿਲਾਪ ਹੋਣਾ ਹੈ। ਜਿਹੜੇ ਸਿੱਖ ਸਤਿਗੁਰੂ ਜੀ ਨਾਲ ਮਿਲ ਜਾਂਦੇ ਹੈ, ਜਿਹੜੀ ਆਪਣੀ ਹੰਗਤਾ ਛੱਡ ਦਿੰਦੇ ਹੈ, ਉਹਨਾਂ ਨੂੰ ਫਿਰ ਇਹ ਦਾਤ ਪ੍ਰਾਪਤ ਹੁੰਦੀ ਹੈ। ਸੱਚੇ ਪਾਤਸ਼ਾਹ ਜੀ ਹਜੂਰ ਅੱਜ ਮਨ ਦੇ ਪਰਥਾਏ ਸਤਿਗੁਰੂ ਜੀ ਉੱਤਮ ਬਖਤੇ ਹੈ ਨਾ, ਤਾਂ ਮਹਾਰਾਜ ਜੀ ਮਨ ਦੇ ਪਰਥਾਏ 5ਵੇਂ ਪਦ ਦੇ ਅੰਦਰ ਸਤਿਗੁਰੂ ਜੀ ਸਿੱਖਿਆ ਦਿੰਦੇ ਹੋਏ ਬਖਸ਼ਿਸ਼ ਕਰਦੇ ਆ, ਮਨ ਤੂੰ ਜੋਤ ਸਰੂਪ ਹੈ। ਸਤਿਗੁਰੂ ਜੀ ਕਹਿੰਦੇ, ਮਨਾ ਤੂੰ ਜੋਤੀ ਸਰੂਪ ਹੈ। ਜੋ ਜੋਤੀ ਸਰੂਪ ਪਰਮੇਸ਼ਰ ਹੈ ਨਾ, ਚੇਤਨ ਬ੍ਰਹਮ, ਤੂੰ ਉਹ ਸਰੂਪ ਹੈ ਮਨਾ। ਇਸ ਗੱਲ ਨੂੰ ਪਹਿਚਾਨਣਾ ਕਰ। ਆਪਣਾ ਮੂਲ ਪਛਾਣ, ਆਪਣੇ ਮੂਲ ਦੀ, ਆਪਣੇ ਮੁੱਢ ਦੀ, ਜੋ ਪਾਰ ਬ੍ਰਹਮ ਪਰਮੇਸ਼ਰ ਵੈ, ਉਹ ਤੇਰਾ ਮੂਲ ਹੈ। ਕਹੋ ਕਬੀਰ, ਇਹੋ ਰਾਮ ਕੀ ਅੰਸ, ਤੂੰ ਪਰਮੇਸ਼ਰ ਦੀ ਅੰਸ ਹੈ। ਤੇਰਾ ਮੂਲ ਉਹ ਚੇਤਨ ਬ੍ਰਹਮ ਹੈ। ਤੂੰ ਆਪਣੇ ਵਾਸਤਵ ਰੂਪ ਨੂੰ ਪਹਿਚਾਨਣਾ ਕਰ। ਤੂੰ ਐਵੇਂ ਆਪਣੇ ਆਪ ਨੂੰ ਦੇਹ ਮੰਨੀ ਬੈਠਾ ਹੈ। ਤੂੰ ਜੰਮਣ ਮਰਨ ਦੇ ਵਿੱਚ ਨਹੀਂ ਹੈ। ਤੂੰ ਰਾਗ ਦਵੈਖ ਨੂੰ ਛੱਡ ਦੇ, ਅਗਿਆਨ ਨੂੰ ਛੱਡ ਦੇ, ਅਵਿਦਿਆ ਨੂੰ ਛੱਡ ਦੇ ਤੇ ਆਪਣੇ ਅਸਲ ਰੂਪ ਨੂੰ ਪਹਿਚਾਨਣਾ ਕਰ। ਸਾਧ ਸੰਗਤ ਜੀ, ਕੋਈ ਅਸਲੀ ਰੂਪ ਵਿੱਚ ਹੋਵੇ ਤਾਂ ਰਾਜਾ, ਤੇ ਪਰ ਬਣ ਗਿਆ ਹੋਵੇ ਭਿਖਾਰੀ। ਮਹਾਰਾਜ ਜੀ ਜੀਵ ਨੂੰ ਉਹ ਦੱਸ ਰਹੇ ਹੈ ਕਿ ਤੂੰ ਰਾਜਾ ਰੂਪ ਹੈ, ਬ੍ਰਹਮ ਸਰੂਪ ਹੈ,
ਪਰ ਤੂੰ ਭਿਖਾਰੀ ਬਣ ਗਿਆ, ਜੀਵ ਪੁਣੇ ਨੂੰ ਪ੍ਰਾਪਤ ਹੋਇਆ ਪਿਆ ਹੈ। ਸਾਧ ਸੰਗਤ ਜੀ, ਜਿਹੜਾ ਅੱਗ ਦੇ ਕਿਣਕੇ ਹੁੰਦੇ ਆ ਨਾ, ਹੁੰਦੀ ਤਾਂ ਉਹਨਾਂ ਵਿੱਚ ਵੀ ਅੱਗ ਹੀ ਹੈ। ਪਾਣੀ ਦੀਆਂ ਬੂੰਦਾਂ ਹੁੰਦੀਆਂ, ਚਾਹੇ ਉਹ ਸਮੁੰਦਰ ਨਹੀਂ, ਪਰ ਫਿਰ ਵੀ ਉਹਦੇ ਵਿੱਚ ਹੈ ਤਾਂ ਪਾਣੀ ਨਾ। ਇਸੇ ਤਰ੍ਹਾਂ ਇਹ ਜੀਵ ਜਿਹੜਾ ਨਾ, ਇਹ ਆਪਣੇ ਅਗਿਆਨ ਕਰਕੇ ਜੀਵ ਬਣ ਗਿਆ ਹੈ ਤਾਂ ਇਹ ਬ੍ਰਹਮ, ਪਰਮੇਸ਼ਰ ਦੀ ਸੱਤਾ ਇਹਦੇ ਅੰਦਰ, ਇਸ ਕਰਕੇ ਬ੍ਰਹਮ ਰੂਪ ਹੈ। ਮਹਾਰਾਜ ਜੀ ਕਹਿੰਦੇ, ਤੂੰ ਆਪਣੇ ਮੂਲ ਨੂੰ, ਆਪਣੇ ਵਾਸਤਵ ਰੂਪ ਨੂੰ ਪਹਿਚਾਨਣਾ ਕਰ। ਭੂਲ ਗਇਓ ਅਗਿਆਨ ਤੇ ਆਪਣੋ ਆਤਮ ਰੂਪ। ਤੂੰ ਆਪਣਾ ਵਾਸਤਵ ਰੂਪ ਜਿਹੜਾ ਹੈ, ਆਤਮਕ ਰੂਪ, ਉਹ ਭੁੱਲ ਹੀ ਗਿਆ ਹੈ ਅਗਿਆਨ ਕਰਕੇ। ਤਾਹੀ ਕੋ ਫਿਰ ਜਾਣਬੋ ਗਿਆਨ ਕਹਿ ਕਬ ਭੂਪ। ਉਸ ਸਰੂਪ ਨੂੰ ਜਾਣਨਾ ਹੀ ਗਿਆਨ ਹੈ। ਹੋਰ ਦੁਨੀਆ ਦੇ ਵਿਦਿਆ ਨੂੰ ਪੜ੍ਹ ਲੈਣਾ, ਇਹ ਸੰਸਾਰ ਦੇ ਤੂੰ ਗਿਆਨ ਨੂੰ ਹਾਸਲ ਕਰ ਸਕਦਾ ਹੈ, ਪਰ ਤੈਨੂੰ ਆਪਣੇ ਵਾਸਤਵ ਰੂਪ ਦਾ ਨਹੀਂ ਪਤਾ ਲੱਗਣਾ ਕਿ ਮੈਂ ਕੌਣ ਹਾਂ। ਤੂੰ ਆਪਣੇ ਆਪ ਨੂੰ ਦੇਹ ਮੰਨ ਲਿਆ ਹੈ, ਇਸ ਕਰਕੇ ਤੈਨੂੰ ਦੁੱਖ ਵੀ ਲੱਗਦੇ ਆ ਤੇ ਸੁੱਖ ਵੀ ਭੋਗਦਾ ਹੈ। ਇਸ ਕਰਕੇ ਤੈਨੂੰ ਸੰਸਾਰ ਦੇ ਅੰਦਰ ਇਹ ਆਪਣਾ ਵਾਸਤਵ ਰੂਪ ਭੁੱਲ ਹੀ ਗਿਆ ਹੈ। ਆਪਣੇ ਸਹੀ ਰੂਪ ਦਾ ਤੈਨੂੰ ਪਤਾ ਨਹੀਂ, ਹੰਗਤਾ ਮਮਤਾ ਵਿੱਚ ਫਸ ਗਿਆ ਹੈ। ਸਤਿਗੁਰੂ ਜੀ ਕਹਿੰਦੇ ਆ ਕਿ ਜਦੋਂ ਤੂੰ ਆਪਣੇ ਆਪ ਨੂੰ ਭੁੱਲ ਚੁੱਕਾ ਹੈ ਤਾਂ ਮਨ ਬਣ ਗਿਆ ਹੈ। ਤੂੰ ਮਨ ਨਹੀਂ ਹੈ, ਤੂੰ ਜੋਤ ਸਰੂਪ ਹੈ, ਤੂੰ ਪਰਮੇਸ਼ਰ ਦਾ ਸਰੂਪ ਹੈ। ਗਰੀਬ ਨਵਾਜ ਸਤਿਗੁਰੂ ਜੀ ਨੇ ਉਹ ਪ੍ਰਮਾਣ ਦਿੱਤਾ ਨਾ ਕਿ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਅਛਤ ਰਾਜ ਵਿਛਰਤ ਦੁਖ ਪਾਇਆ, ਸੋ ਗਤ ਭਈ ਹਮਾਰੀ। ਰਾਜੇ ਨੂੰ ਸੁਪਨਾ ਆ ਗਿਆ ਤੇ ਸੁਪਨੇ ਵਿੱਚ ਰਾਜਾ ਭਿਖਾਰੀ ਬਣ ਗਿਆ, ਪਰ ਹੈ ਤਾਂ ਵਾਸਤਵ ਚ ਰਾਜਾ, ਪਰ ਸੁਪਨੇ ਚ ਭਿਖਾਰੀ ਬਣ ਗਿਆ ਤੇ ਰੋਈ ਜਾਂਦਾ, ਕੁਰਲਾਈ ਜਾਂਦਾ, ਧਨ ਸੰਪਦਾ ਨਾਸ਼ ਹੋ ਗਈ, ਭਿਖਿਆ ਮੰਗਣ ਵਾਸਤੇ ਮਜਬੂਰ ਹੈ। ਸਤਿਗੁਰੂ ਜੀ ਕਹਿੰਦੇ, ਅਵਿਦਿਆ ਦੀ ਨੀਂਦ ਵਿੱਚ ਇਸ ਜੀਵ ਰੂਪੀ ਰਾਜੇ ਨੂੰ ਰਾਜਾ ਤਾਂ ਕਿਹਾ ਕਿਉਂਕਿ ਚੇਤਨ ਬ੍ਰਹਮ ਦਾ ਰੂਪ ਹੈ। ਇਸ ਜੀਵ ਰੂਪੀ ਰਾਜੇ ਨੂੰ ਅਵਿਦਿਆ ਰੂਪੀ ਨੀਂਦ ਵਿੱਚ ਸੰਸਾਰ ਰੂਪੀ ਸੁਪਨਾ ਆ ਗਿਆ ਤੇ ਇਹ ਇਸ ਸੁਪਨੇ ਵਿੱਚ ਆਪਣੇ ਆਪ ਨੂੰ ਦੇਹ ਮੰਨ ਬੈਠਾ ਹੈ। ਤੇ ਫਿਰ ਦੇਹ ਦਾ ਜਨਮ ਵੀ ਹੈ ਤੇ ਦੇਹ ਦਾ ਮਰਨ ਵੀ ਹੈ। ਫਿਰ ਇੱਥੇ ਰਾਗ ਦਵੈਖ ਵਿੱਚ ਫਸ ਗਿਆ ਏ, ਅਗਿਆਨ ਦੇ ਵਿੱਚ ਫਸ ਗਿਆ ਏ, ਇਹਨੂੰ ਸਾਰੇ ਵਿਕਾਰ ਚਿੰਬੜ ਗਏ ਐ। ਸੱਚੇ ਪਾਤਸ਼ਾਹ ਕਹਿੰਦੇ, ਜੇ ਤੂੰ ਇਹਨਾਂ ਵਿਕਾਰਾਂ ਨੂੰ ਵਿਸਾਰੇ ਤਾਂ ਤੈਨੂੰ ਪਤਾ ਲੱਗੇ ਤੇਰਾ ਵਾਸਤਵ ਰੂਪ ਕੀ ਹੈ। ਐਵੇਂ ਤੂੰ ਜਣੇ ਜਣੇ ਦਾ ਗੁਲਾਮ ਹੋਈ ਜਾ ਰਿਹਾ ਹੈ, ਤੂੰ ਕੈਦੀ ਬਣ ਰਿਹਾ ਹੈ। ਤੂੰ ਤਾਂ ਖੁਦ ਰਾਜਾ ਹੈ, ਆਜ਼ਾਦ ਹੈ ਤੂੰ, ਕਿਉਂਕਿ ਚੇਤਨ ਬ੍ਰਹਮ ਦਾ ਤੂੰ ਰੂਪ ਹੈ। ਤੂੰ ਇੱਥੇ ਕਾਮ ਕ੍ਰੋਧ ਦੀਆਂ ਸੱਟਾਂ ਖਾਣ ਨਹੀਂ ਆਇਆ ਹੈ, ਤੂੰ ਇੱਥੇ ਗੁਲਾਮੀ ਕਰਨ ਨਹੀਂ ਆਇਆ ਹੈ। ਗੁਰੂ ਸਾਹਿਬ ਜੀ ਦੇ ਗਿਆਨ ਨੂੰ ਹਾਸਲ ਕਰ, ਛੱਡ ਦੇ ਰਾਗ ਦਵੈਖ, ਛੱਡ ਦੇ ਅਗਿਆਨ ਨੂੰ ਤੇ ਛੱਡ ਦੇ ਵਿਕਾਰਾਂ ਦੇ ਰਸ ਨੂੰ। ਆਪਣਾ ਮੂਲ ਪਛਾਣ, ਤੂੰ ਆਪਣੇ ਮੂਲ ਦੀ, ਆਪਣੇ ਮੁੱਢ ਦੀ ਪਹਿਚਾਨ ਕਰ। ਜੋ ਚੇਤਨ ਬ੍ਰਹਮ ਹੈ ਨਾ, ਸਭ ਦਾ ਅਧਿਸ਼ਠਾਨ ਰੂਪ, ਜਿਹੜਾ ਸਭ ਨੂੰ ਆਸਰਾ ਵੀ ਦੇਵੇ ਤੇ ਸਭ ਦਾ ਪ੍ਰਕਾਸ਼ਕ ਵੀ ਹੋਵੇ, ਉਸ ਨੂੰ ਅਧਿਸ਼ਠਾਨ ਰੂਪ ਕਹਿੰਦੇ ਆ। ਉਹ ਮਹਾਰਾਜ ਕਹਿੰਦੇ ਤੇਰਾ ਅਸਲ ਰੂਪ ਹੈ। ਐਵੇਂ ਤੂੰ ਬੇਆਸਰਾ ਹੋਇਆ ਭਿਖਾਰੀ ਬਣਿਆ ਤੁਰਿਆ ਫਿਰਦਾ ਹੈ। हे ਮਨਾ, ਮਨ ਤੂੰ ਜੋਤ ਸਰੂਪ ਹੈ, ਤੂੰ ਜੋਤ ਸਰੂਪ ਪਰਮੇਸ਼ਰ ਦਾ ਰੂਪ ਹੈ। ਤੇ ਸਾਧ ਸੰਗਤ ਜੀ, ਜੋਤ ਦਾ ਨਾ ਜਨਮ ਹੈ ਨਾ ਮਰਨ ਹੈ। ਪ੍ਰਕਾਸ਼ ਜਿਹੜਾ ਹੈ ਉਹਦੇ ਕੋਲ ਅੰਧਕਾਰ ਹੁੰਦਾ ਹੀ ਨਹੀਂ। ਮਹਾਰਾਜ ਕਹਿੰਦੇ ਤਾਂ ਤੂੰ ਆਪ ਹੀ ਦੇਹ ਬਣ ਕੇ ਅਗਿਆਨ ਸਿਰਜ ਲਿਆ ਹੈ, ਸਾਰਾ ਸੰਸਾਰ ਤੂੰ ਆਪ ਹੀ ਸਿਰਜ ਲਿਆ ਹੈ। ਤੇ ਇਹ ਸੰਸਾਰ ਦੇ ਅੰਦਰ ਤੂੰ ਆਪ ਹੀ ਫਿਰ ਜੰਮਣ ਮਰਨ ਚ ਪਿਆ ਹੋਇਆ ਹੈ।
ਗੁਰੂ ਸਾਹਿਬ ਜੀ ਦੀ ਸਿੱਖਿਆ ਨੂੰ ਧਾਰਨ ਕਰ। ਆਪਣੇ ਮਨ ਨੂੰ ਸਤਸੰਗੀ ਸਮਝਾਉਂਦੇ ਆ। ਗੁਰੂ ਸਾਹਿਬ ਮਨ ਦੇ ਪਰਥਾਏ ਉਪਦੇਸ਼ ਦਿੰਦੇ, ਮਨਾ ਤੂੰ ਜੋਤ ਸਰੂਪ ਪ੍ਰਕਾਸ਼ ਸਰੂਪ ਹੈ। ਆਪਣੇ ਮੂਲ ਨੂੰ, ਚੇਤਨ ਬ੍ਰਹਮ ਰੂਪ ਨੂੰ, ਆਪਣੇ ਵਾਸਤਵ ਰੂਪ ਨੂੰ ਪਹਿਚਾਨਣਾ ਕਰ ਗੁਰੂ ਜੀ ਦੁਆਰਾ। ਮਨ ਹਰ ਜੀ ਤੇਰਾ ਨਾਲ ਹੈ। ਇਹ ਮੇਰੇ ਮਨਾ, ਜਿਹੜਾ ਵਾਹਿਗੁਰੂ ਹੈ ਨਾ, ਉਹ ਤਾਂ ਹਰ ਵੇਲੇ ਤੇਰੇ ਨਾਲ ਹੈ। ਮਨ ਹਰ ਜੀ ਤੇਰੇ ਨਾਲ ਹੈ। ਜੋ ਹਰੀ ਹੈ ਨਾ, ਸਭ ਦੇ ਦੁੱਖਾਂ ਨੂੰ ਹਰਨ ਵਾਲਾ, ਉਹ ਤਾਂ ਹਰ ਵੇਲੇ ਤੇਰੇ ਕੋਲ ਹੈ, ਤੇਰੇ ਨਾਲ ਰਹਿੰਦਾ ਏ। ਗੁਰਮਤਿ ਰੰਗ ਮਾਣ। ਗੁਰੂ ਜੀ ਦੀ ਮੱਤ ਸਿੱਖਿਆ ਦੁਆਰਾ ਉਸ ਦੇ ਆਨੰਦ ਨੂੰ ਮਾਨਣਾ ਕਰ। ਸਤਿਗੁਰੂ ਜੀ ਦੀ ਸਿੱਖਿਆ ਧਾਰਨ ਕਰ। ਐਵੇਂ ਕੀ ਤੂੰ ਛੋਟੇ ਛੋਟੇ ਸੁੱਖਾਂ ਵਿੱਚ ਪਿਆ ਹੋਇਆ ਫਿਰ ਦੁਖੀ ਹੋ ਜਾਣਾ? ਸੁੱਖ ਤਾਂ ਉਹ ਰਹਿੰਦੇ ਹੀ ਨਹੀਂ। ਜੇ ਗੁਰੂ ਜੀ ਦੀ ਮੱਤ ਸਿੱਖਿਆ ਧਾਰਨ ਕਰੇ ਤਾਂ ਹੀ ਉਸ ਦੇ ਪ੍ਰਾਪਤੀ ਦੇ ਆਨੰਦ ਨੂੰ ਮਾਣ ਸਕੇ ਨਾ, ਤਾਂ ਹੀ ਤੈਨੂੰ ਵਾਸਤਵ ਰੂਪ ਪਤਾ ਲੱਗੇ ਨਾ। ਸਾਧ ਸੰਗਤ ਜੀ, ਜੋ ਗੁਰੂ ਸਾਹਿਬ ਹਨ ਨਾ, ਸੱਚੇ ਪਾਤਸ਼ਾਹ ਜੀ ਮਹਾਰਾਜ ਸ਼ੀਸ਼ੇ ਦੀ ਨਿਆਈ ਹੈ, ਗਰੀਬ ਨਵਾਜ। ਤੇ ਜੋ ਚੇਤਨ ਬ੍ਰਹਮ ਹੈ ਉਹ ਸੂਰਜ ਦੀ ਨਿਆਈ ਹੈ। ਤੇ ਜਿਹੜੇ ਜਗਿਆਸੂ ਅਧਿਕਾਰੀ ਹੈ, ਜਿਹੜੇ ਜਾਣਨਾ ਚਾਹੁੰਦੇ ਆ ਆਪਣੇ ਵਾਸਤਵ ਰੂਪ ਨੂੰ, ਉਹ ਅਧਿਕਾਰੀ ਸੁੱਕੇ ਘਾਹ ਦੀ ਤਰ੍ਹਾਂ ਹੈ। ਤੇ ਜਦੋਂ ਸੂਰਜ ਦਾ ਪ੍ਰਤੀਬਿੰਬ ਸ਼ੀਸ਼ੇ ਵਿੱਚ ਪੈਂਦਾ ਤੇ ਸ਼ੀਸ਼ੇ ਤੋਂ ਟਕਰਾ ਕੇ ਸਿੱਧਾ ਜਦੋਂ ਘਾਹ ਤੇ ਪੈਂਦਾ ਤੇ ਉੱਥੇ ਅੱਗ ਲੱਗ ਜਾਂਦੀ ਹੈ। ਗਿੱਲੇ ਘਾਹ ਨੂੰ ਨਹੀਂ ਪੈਂਦੀ। ਜਿਨ੍ਹਾਂ ਵਿੱਚ ਅਜੇ ਰਸਾਂ ਕਸਾਂ ਦੀ ਸਲਾਬ ਹੈ ਨਾ, ਉਹਨਾਂ ਨੂੰ ਗਿਆਨ ਦੀ ਅਗਨ ਨਹੀਂ ਛੇਤੀ ਪ੍ਰਚੰਡ ਹੁੰਦੀ। ਜਿਹੜੇ ਅਧਿਕਾਰੀ ਕੀ ਹੈ, ਸੁੱਕੇ ਘਾਹ ਦੀ ਤਰ੍ਹਾਂ ਜਿਹੜੇ ਅਧਿਕਾਰੀ ਹੋ ਗਏ, ਜਿਨ੍ਹਾਂ ਦੇ ਮਨ ਅੰਦਰ ਚੇਸ਼ਟਾ ਜਾਗ ਪਈ ਵਾਹਿਗੁਰੂ ਨੂੰ ਮਿਲਣ ਦੀ, ਤੇ ਜਦੋਂ ਅਧਿਕਾਰੀ ਬਣਦੇ ਆ ਤੇ ਗੁਰੂ ਸਾਹਿਬ ਰੂਪੀ ਸ਼ੀਸ਼ੇ ਦੇ ਹੁੰਦੇ ਆ ਸਨਮੁਖ, ਤੇ ਗੁਰੂ ਸਾਹਿਬ ਤੇ ਪਰਮੇਸ਼ਰ ਰੂਪ ਹੀ ਹੈ। ਸਿੱਧਾ ਜਦੋਂ ਚੇਤਨ ਦਾ ਪ੍ਰਤੀਬਿੰਬ ਗੁਰੂ ਰੂਪੀ ਸ਼ੀਸ਼ੇ ਚੋਂ ਪੈ ਰਿਹਾ, ਭਾਵ ਜਦੋਂ ਸਤਿਗੁਰੂ ਜੀ ਦਾ ਮੁਖ ਵੇਖੀਏ ਨਾ, ਤਾਂ ਮਹਾਰਾਜ ਜੀ ਦਾ ਮੁਖ ਵੇਖ ਕੇ ਭੱਟਾਂ ਨੇ ਕੀ ਕਿਹਾ ਸੀ? ਭੱਟ ਕਹਿੰਦੇ ਆ, ਧਰਨ ਗਗਨ ਨਵ ਖੰਡ ਮਹਿ ਜੋਤ ਸਭ ਰੂਪੀ ਰਹਿਓ ਭਰ। ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤਖ ਹਰ। ਗੁਰੂ ਅਰਜਨ ਸਾਹਿਬ ਦਾ ਦਰਸ਼ਨ ਵੇਖ ਕੇ ਭੱਟਾਂ ਕਿਹਾ, ਮਹਾਰਾਜ ਪ੍ਰਤੱਖ ਹਰੀ ਆਪ ਹੀ ਹੋ, ਕਿਉਂਕਿ ਨਿਰੰਕਾਰ ਦਾ ਰੂਪ ਨੇ ਸਤਿਗੁਰੂ ਜੀ। ਜਦੋਂ ਗੁਰੂ ਰੂਪੀ ਸ਼ੀਸ਼ੇ ਵਿੱਚ ਦੀ ਬ੍ਰਹਮ ਦਾ ਪ੍ਰਤੀਬਿੰਬ ਅਧਿਕਾਰੀ ਦੇ ਉੱਤੇ ਆ ਕਰਕੇ ਪੈਂਦਾ ਨਾ, ਤੇ ਉਹਦੇ ਅੰਦਰ ਫਿਰ ਗਿਆਨ ਦੀ ਅਗਨ ਪ੍ਰਚੰਡ ਹੋ ਜਾਂਦੀ। ਉਹਨੂੰ ਆਪਣਾ ਵਾਸਤਵ ਰੂਪ ਪਤਾ ਲੱਗ ਜਾਂਦਾ ਹੈ। ਉਹ ਜੀਵ ਪੁਣੇ ਨੂੰ ਛੱਡ ਕਰਕੇ ਸਾਧ ਸੰਗਤ ਜੀ ਫਿਰ ਬ੍ਰਹਮ ਵਿੱਚ ਲੀਨ ਹੋ ਜਾਂਦਾ ਹੈ। ਉਹਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਮੈਂ ਦੇਹ ਨਹੀਂ ਹਾਂ। ਉਸ ਅਵਸਥਾ ਵਿੱਚ ਪਹੁੰਚ ਕੇ ਵੀ ਸਿੱਖ ਪਿਆਰ ਦੇ ਮਾਰਗ ਤੇ ਚੱਲਦੇ, ਜਿੰਨਾ ਚਿਰ ਜੀਵਨ ਹੈ ਪਰਰਬਦ ਬਣੀ ਹੋਈ ਹੈ, ਵਾਹਿਗੁਰੂ ਜੀ ਦੀ ਭਗਤੀ ਕਰਦੇ ਆ, ਬੰਦਗੀ ਕਰਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਇਉਂ ਫਰਮਾਉਂਦੇ ਆ, ਮਨ ਹਰ ਜੀ ਤੇਰਾ ਨਾਲ ਹੈ। ਇਹ ਮੇਰੇ ਮਨਾ, ਵਾਹਿਗੁਰੂ ਤਾਂ ਸਦਾ ਹੀ ਤੇਰੇ ਨਾਲ ਹੈ। ਗੁਰਮਤਿ ਰੰਗ ਮਾਣ। ਗੁਰੂ ਜੀ ਦੀ ਮੱਤ ਸਿੱਖਿਆ ਨਾਲ ਵਾਹਿਗੁਰੂ ਦੇ ਨਾਮ ਦਾ, ਵਾਹਿਗੁਰੂ ਦੀ ਪ੍ਰਾਪਤੀ ਦਾ, ਵਾਹਿਗੁਰੂ ਦੀ ਅਭੇਦਤਾ ਦਾ, ਉਸ ਗਿਆਨ ਦਾ ਆਨੰਦ ਮਾਨਣਾ ਕਰ। ਮੂਲ ਪਛਾਣਾ ਹੈ ਤਾ ਸਾਹੋ ਜਾਣਾ ਹੈ। ਜੇ ਤੂੰ ਆਪਣੇ ਮੂਲ ਚੇਤਨ ਬ੍ਰਹਮ ਨੂੰ ਪਛਾਣ ਲਵੇ ਨਾ, ਤਾਂ ਸਹੁ ਪਤੀ ਪਰਮੇਸ਼ਰ ਵਾਹਿਗੁਰੂ ਨੂੰ ਜਾਣੇ ਕਿ ਉਹ ਵਾਸਤਵ ਰੂਪ ਕੀ ਹੈ। ਤੂੰ ਐਵੇਂ ਕਿਤੇ ਕਲਪਤ ਕਰੀ ਬੈਠਾ ਕਿ ਪਰਮੇਸ਼ਰ ਕਿਤੇ ਵਸਦਾ ਸ਼ਾਇਦ, ਉਹ ਤਾਂ ਜਰਰੇ ਜਰਰੇ ਦੇ ਅੰਦਰ ਸਮਾਇਆ ਹੋਇਆ ਹੈ। ਉਹਦੀ ਸੱਤਾ ਕਰਕੇ ਹੀ ਇਹ ਸਭ ਕੁਝ ਕਾਇਨਾਤ ਹਰਕਤ ਕਰ ਰਹੀ ਹੈ। ਮੂਲ ਪਛਾਣ ਹੈ। ਜੇ ਆਪਣੇ ਮੂਲ ਨੂੰ, ਆਪਣੇ ਅਸਲੇ ਨੂੰ ਪਹਿਚਾਣੇ ਤੂੰ ਕਿ ਮੇਰਾ ਮੂਲ ਕੀ ਹੈ, ਮੇਰਾ ਮੁੱਢ ਕੀ ਹੈ। ਜਿਵੇਂ ਸਾਧ ਸੰਗਤ ਜੀ ਕਿਸੇ ਨੂੰ ਪੁੱਛੀਏ ਕਿ ਭਈ ਤੁਹਾਡਾ ਜਿਹੜਾ ਇਹ ਕੁੱਲ ਵੈ, ਵੰਸ਼ ਵੈ, ਇਹਦਾ ਵਡੇਰਾ ਕੌਣ ਹੈ,
फिर अपने पिता दादा पड़दादा नगड़ दादा फिर ना दसदे दसदे चेते ही नहीं किसे नूं हुंदे। जदों जे इस जीव दे मूल नूं वेखीए तां मूल तां भाई सब दा ब्रह्म ही है। ब्रह्म बिंद ते सब उत्पत्ति सब ब्रह्म तो ही उत्पन्न होए है। इस करके कबीर साहब जी ने कहा भाई जिहड़ा है ब्राह्मणां नूं कहा बई तुसी कदों दे उच्चे ब्राह्मण होए आ, तुम कत ब्राह्मण हम कत सूद दे बचन कहे ना। कहंदे गर्भवास में कुल नहीं जाती, भी जदों गर्भ विच उदों किहड़ी कुल जानी जांदी है कि ब्राह्मण है छतरी है वैस है की है सूदर है। ब्रह्म दी अंश है सारी, वाहिगुरू तो ही सब उत्पन्न होए है। सतगुरु जी कहंदे तू अपने मूल नूं पछाण लवें कि तेरा मूल की है। तू अपने देह दी मूल नूं पछाणी बैठा है कि मां की रगत पिता बिंद धारा तिह किया पिंड 10 द्वारा, कि यह मेरा मूल है। ये देह थोड़ो तेरा मूल है। देह तां तेरे कर्मां दा हिसाब किताब रह गया ते ओ तैनूं फिर मिल गई है। जे पुण्य ते पाप बराबर रह गए ते तू देह विच आ गया भुगतान करन वास्ते। देह थोड़ा वा तेरा असली रूप, ये तां तैनूं केवल कुछ समय लई फिर मिली है कि जिहड़े तेरे कर्म शेष रह गए बाकी रह गए उन्हां दा भुगतान कर लै। ते जे तू देह दे हुंदियां हुंदियां, क्योंकि ये देह ही परमेश्वर नूं मिलण वास्ते खुला दरवाजा है, वास्तव रूप नूं तू इस देह विच ही पा सकदा है। इस करके महाराज गुरु अमरदास साहब जी कहंदे है कि हे मेरे मना तू अपने मूल नूं पछाण। जे तू मूल पछाण है तां सहो जाण है। जे अपने वास्तव रूप नूं पहचाने ना संगत करके गुरु जी दे ज्ञान द्वारा, तां फिर सौ पति परमेश्वर नूं तू जान लवेंगा। मरण जीवन की सोझी होई। फिर तेनू ये जिहड़ी देह है ना, जिहड़ी सदा जिउण वाली भास रही है, फिर तेनू सोझी हो आउणी है कि ते खरे कदों मर जानी है देह। फिर तेनू सोझी पैनी है। हुण एवें किसे दे किहा ही सुन के कही जाना अच्छा मारी जाना, पर तेनू भरोसा कोई नहीं है। तू बहुत जिउण दी जिहड़ी है ना आसा बंधी हुई है। मूंह तो भावें कहना है पर तेनू सोझी कोई नहीं हैगी मरण दी। महाराज कहंदे मरण जीवन की सोझी होई। तेनू सोझी हो आउणी है कि मरना की है ते जिउणा की है। महाराज कहंदे भाई मरणं बिसरणं गोबिंद है। तेनू ये सोझी हो जानी है कि वाहिगुरू दा नाम भुलना ही मरना है, ते जीवणं हर नाम ते आवण है। वाहिगुरू दा नाम जपना ही जीवन है। मरण जीवन की सोझी होई। तेनू सोझी हो आउणी है कि मौत किनू कहिंदे आ ते जिंदगी किनू कहिंदे आ। तू एवें सवासां दे चलण नू जिंदगी मन्निया होया है। ये तां एवें वाहिगुरू दे नाम तो भुल के जिहड़ा शरीर दा लोथड़ है ना, ओदे विच एवें हवा ही अंदर बाहर जा रही है। और ये जिउणा नहीं है, ये तेरा भरम ही है। तू सवासां दी प्रक्रिया नू जिंदगी मन लिया। महाराज सच्चे पातशाह जी अगे इन्हां ही शब्दां विच गुरु रामदास साहब जी दा उपदेश आरंभ होवेगा, जीवनों मैं जीवन पाया। जिंदगियां विचों जिहड़ी जिंदगी है ना, वो तां परमेश्वर दे नाम विच जिउणा जिंदगी है। जिहदे नाम विच जिस दी प्रीत लग गई है, जिहदा मन एकाग्र हो गया, वो जिउ पिया। ते जिन्नू अजे प्रेम नहीं लगा, जिहदा मन शब्द विच टिकिया नहीं, वो अजे मरिया पिया। मरण जीवन की सोझी होई। तेनू सोझी हो आउणी है कि मरना किनू कहिंदे आ ते जीवन किनू कहिंदे आ। देह दे मरण नू तू मरना मन्निया होया, देह दी जिंदगी नू तू जिउणा मन्निया होया। पर तेनू पता लग जाना कि असल विच मरना की है। जीवत भाव तो मरण दी तेनू सोझी हो आउणी है कि इस तरह तां बड़े जन्म वासना दे नाल हुंदे जा रहे है। फिर तू जीवत भाव तो मरना है। जीवत भाव तो मरण दी सोझी जड़ी है जदों तेनू होई। जीवत भाव तो मरना की हुंदा साध संगत जी? महाराज ने कहा शब्द मरहो फिर जीवो सद ही, तां फिर मरण ना होई। ये तेनू सोझी हो जानी है।
ਹੁਣ ਜਦੋਂ ਆਪਾਂ ਪਾਠ ਕਰਨਾ ਹੋਵੇ, ਨਿਤਨੇਮ ਕਰਨਾ ਹੋਵੇ ਤੇ ਦਿਲ ਨਹੀਂ ਅੰਦਰੋਂ ਕਰਦਾ, ਕਿਉਂਕਿ ਉਹ ਮਰਿਆ ਪਿਆ ਹੈ। ਜਦੋਂ ਅਸੀਂ ਮਨ ਕਰਕੇ, ਪ੍ਰੇਮ ਲਾ ਕਰਕੇ ਪਾਠ ਨਹੀਂ ਕਰ ਪਾਉਂਦੇ ਤਾਂ ਮਨ ਸਾਡਾ ਮਰਿਆ ਪਿਆ ਹੈ। ਤੇ ਜਦੋਂ ਉਤਸ਼ਾਹ ਜਾਗਦਾ ਹੈ, ਪ੍ਰੇਮ ਜਾਗਦਾ ਹੈ, ਬਾਣੀ ਦੇ ਪੜਨ ਵਿੱਚ ਇੰਨਾ ਚਿੱਤ ਮਸਤੀ ਪਕੜ ਜਾਂਦਾ ਹੈ ਕਿ ਕਈ ਘੰਟੇ ਨਹੀਂ ਪਤਾ ਲੱਗਦਾ। ਫਿਰ ਸਾਧ ਸੰਗਤ ਜੀ, ਇਹ ਜ਼ਿੰਦਗੀ ਹੈ, ਇਹ ਜੀਵਨ ਹੈ। ਪਤਾ ਚੱਲ ਜਾਂਦਾ, ਸੋਝੀ ਹੋ ਆਉਂਦੀ ਹੈ ਕਿ ਮਰਨਾ ਕੀ ਹੈ ਤੇ ਜਿਉਣਾ ਕੀ ਹੈ। ਸਾਰੇ ਰਸਾਂ ਕਸਾਂ ਨੂੰ ਛੱਡ ਕਰਕੇ ਵਾਹਿਗੁਰੂ ਜੀ ਦੇ ਨਾਮ ਦੇ ਪਰਾਇਣ ਹੋ ਜਾਣਾ, ਇਹ ਜੀਵਤ ਭਾਵ ਤੋਂ ਮਰਨਾ ਹੈ। ਤੇ ਸਾਧ ਸੰਗਤ ਜੀ, ਜਿਹੜਾ ਆਪਣੀ ਹਉਮੈ ਹੀ ਨਹੀਂ ਛੱਡ ਪਾਉਂਦਾ, ਉਹ ਜੀਵਤ ਭਾਵ ਤੋਂ ਕਿਵੇਂ ਮਰ ਸਕਦਾ ਹੈ। ਸਰੀਰ ਦੇ ਰਸਾਂ ਕਸਾਂ 'ਚ ਜਿਹਦਾ ਚਿੱਤ ਫਸਿਆ ਰਹਿੰਦਾ ਹੈ, ਉਹ ਕਿਵੇਂ ਜੀਵਤ ਭਾਵ ਤੋਂ ਮਰ ਸਕਦਾ ਹੈ। ਜੀਵਤ ਭਾਵ ਤੋਂ ਮਰਨਾ ਹੈ ਨਾ, ਜਿਹੜਾ ਮਹਾਰਾਜ ਕਹਿੰਦੇ ਇਹਦੀ ਫਿਰ ਸੋਝੀ ਹੋ ਆਉਂਦੀ ਹੈ, ਗਿਆਤ ਹੋ ਆਉਂਦੀ ਹੈ। ਜਿਉਣ ਦਾ ਤੇ ਮਰਨ ਦਾ ਪਤਾ ਲੱਗ ਜਾਂਦਾ ਕਿ ਮਰਨਾ ਕਿਹਨੂੰ ਕਹਿੰਦੇ ਹੈ। ਪਤਾ ਲੱਗ ਜਾਂਦਾ ਕਿ ਮਰਨਾ ਤਾਂ ਇਕੱਲਾ ਦੇਹ ਦਾ ਹੀ ਹੈ, ਮੈਂ ਤਾਂ ਸਦਾ ਹੀ ਜਿਉਂਦੇ ਰਹਿਣਾ ਹੈ। ਕਿਉਂਕਿ ਜਦੋਂ ਆਪਣੇ ਮੂਲ ਦਾ ਪਤਾ ਲੱਗ ਗਿਆ, ਵਾਸਤਵ ਰੂਪ ਦਾ ਪਤਾ ਲੱਗ ਗਿਆ, ਤੇ ਬ੍ਰਹਮ ਚੇਤਨ ਜਿਹੜਾ ਉਹ ਨਾ ਮਰਦਾ ਨਾ ਜੰਮਦਾ ਹੈ, ਨਾ ਵੱਧਦਾ ਨਾ ਘਟਦਾ ਹੈ, ਉਹ ਤਾਂ ਇੱਕ ਜਿਹਾ ਹੀ ਰਹਿੰਦਾ ਹੈ। ਤੇ ਫਿਰ ਜਿਹਨੂੰ ਆਪਣੇ ਵਾਸਤਵ ਰੂਪ ਦਾ ਪਤਾ ਲੱਗ ਗਿਆ, ਨਾ ਉਹਨ ਜੰਮਣਾ ਨਾ ਮਰਨਾ ਹੈ, ਨਾ ਵਧਣਾ ਨਾ ਘਟਣਾ ਹੈ, ਨਾ ਖੁਸ਼ੀ ਨਾ ਗਮੀ ਹੈ, ਕੋਈ ਦੁੱਖ ਨਹੀਂ ਕੋਈ ਸੁੱਖ ਨਹੀਂ, ਇਹ ਦੁੰਦ ਭਾਵ ਹੈ ਹੀ ਨਹੀਂ। ਵਾਹਿਗੁਰੂ ਦੇ ਵਿੱਚ ਫਿਰ ਮਹਾਰਾਜ ਕਹਿੰਦੇ ਅਭੇਦ ਹੋ ਜਾਈਦਾ ਹੈ। ਮਰਨ ਤੇ ਜਿਉਣ ਦੀ ਉਹਨਾਂ ਨੂੰ ਸੋਝੀ ਪੈ ਜਾਂਦੀ ਹੈ ਕਿ ਜ਼ਿੰਦਗੀ ਕੀ ਹੈ ਤੇ ਮਰਨਾ ਕੀ ਹੈ। ਇਉਂ ਮਹਾਰਾਜ ਕਹਿੰਦੇ ਭਾਈ ਇਹ ਗਿਆਤ ਹੋ ਜਾਂਦੀ ਹੈ। ਗੁਰ ਪ੍ਰਸਾਦੀ ਏਕੋ ਜਾਣਾ ਹੈ। ਗੁਰੂ ਸਾਹਿਬ ਦੀ ਪ੍ਰਸਾਦ ਕਿਰਪਾ ਨਾਲ ਮਹਾਰਾਜ ਜੀ ਕਹਿੰਦੇ ਇੱਕ ਵਾਹਿਗੁਰੂ ਜੀ ਨੂੰ ਫਿਰ ਜਾਣ ਲੈਂਦੇ ਆ। ਉਹ ਗੁਰਮੁਖ ਜਿਹੜੇ ਆਪਣੇ ਵਾਸਤਵ ਰੂਪ ਨੂੰ ਪਹਿਚਾਣਦੇ, ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇੱਕ ਬ੍ਰਹਮ ਦੀ ਹੀ ਸਾਰੀ ਪ੍ਰਕਿਰਿਆ ਹੋ ਰਹੀ ਹੈ। ਵਾਹਿਗੁਰੂ ਹੀ ਸਭ ਦੇ ਅੰਦਰ ਇਹ ਹਰਕਤ ਕਰ ਰਿਹਾ ਹੈ। ਸਾਧ ਸੰਗਤ ਜੀ, ਜਦੋਂ ਆਪਾਂ ਅੱਖਾਂ ਨਾਲ ਵੇਖਦੇ ਆਂ ਤੇ ਅੱਖਾਂ ਆਪਣੇ ਆਪ ਨੂੰ ਨਹੀਂ ਵੇਖ ਪਾਉਂਦੀਆਂ। ਅੱਖਾਂ ਨੂੰ ਵੇਖਣ ਲਈ ਫਿਰ ਸ਼ੀਸ਼ਾ ਚਾਹੀਦਾ ਤੇ ਜਾਂ ਪਾਣੀ ਵਿੱਚ ਅੱਖਾਂ ਆਪਣੇ ਪ੍ਰਤੀਬਿੰਬ ਨੂੰ ਵੇਖਦੀਆਂ ਨੇ। ਉਹ ਪਰਮੇਸ਼ਰ ਜੋ ਬ੍ਰਹਮ ਹੈ ਨਾ, ਉਹ ਕੋਈ ਸਥੂਲ ਰੂਪ ਨਹੀਂ ਕਿ ਅੱਖਾਂ ਦੇ ਪਕੜਨ ਵਿੱਚ ਆਵੇ, ਪਰ ਅੱਖਾਂ ਵਿੱਚ ਦ੍ਰਿਸ਼ਟੀ ਰੂਪ ਉਹ ਆਪ ਹੈ। ਜਿਵੇਂ ਅੱਖਾਂ ਆਪਣੇ ਆਪ ਨੂੰ ਨਹੀਂ ਨਾ ਵੇਖ ਸਕਦੀਆਂ ਤੇ ਫਿਰ ਸ਼ੀਸ਼ੇ ਦੀ ਲੋੜ ਪੈਂਦੀ ਹੈ, ਇਸ ਤਰ੍ਹਾਂ ਜਿਹੜੇ ਬ੍ਰਹਮ ਗਿਆਨੀ ਆ ਨਾ, ਫਿਰ ਉਹ ਆਪਣੀ ਆਤਮਾ ਦੇ ਵਿੱਚ ਦੀ ਦਰਸ਼ਨ ਕਰਦੇ ਆ। ਜਦੋਂ ਵੇਖਦੇ ਆ ਕਿ ਮੇਰਾ ਬਿੰਬੀ ਰੂਪ ਉਹ ਆਪ ਹੀ ਹੈ ਪਰਮੇਸ਼ਰ, ਫਿਰ ਆਪਣੇ ਵਾਸਤਵ ਰੂਪ ਨੂੰ ਵੇਖ ਕਰਕੇ ਉਹਨਾਂ ਦਾ ਮਨ ਖੀਵਾ ਹੋ ਜਾਂਦਾ ਹੈ। ਆਪਣੇ ਵਾਸਤਵ ਰੂਪ ਨੂੰ ਪਾ ਕਰਕੇ ਨਿਹਾਲ ਹੋ ਜਾਂਦੇ ਆ। ਇਸ ਅਸਚਰਜ ਖੇਡ ਨੂੰ ਸਾਧ ਸੰਗਤ ਜੀ ਉਹੋ ਹੀ ਸਮਝ ਪਾਉਂਦਾ ਹੈ ਜਿਹੜਾ ਗੁਰੂ ਸਾਹਿਬ ਦੇ ਪਰਾਇਣ ਹੋ ਜਾਂਦਾ ਹੈ, ਜਿਹੜਾ ਸਤਿਗੁਰੂ ਜੀ ਦੇ ਸ਼ਬਦ ਦੇ ਅਭਿਆਸ ਨੂੰ ਕਰਦਾ ਹੈ, ਸ਼ਬਦ ਦੀ ਕਮਾਈ ਕਰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਉਹਨੂੰ ਇਹ ਗੁਰੂ ਸਾਹਿਬ ਦੀ ਪ੍ਰਸਾਦ ਕਿਰਪਾ ਨਾਲ ਹਜੂਰ ਕਹਿੰਦੇ ਹਨ। ਗੁਰ ਪ੍ਰਸਾਦੀ ਏਕੋ ਜਾਣਾ ਹੈ। ਥੋੜੀ ਜਿਹੀ ਬਾਤ ਥੱਲੇ ਕਰਕੇ ਫਿਰ ਪੜਿਓ ਪੰਕਤੀ। ਗੁਰ ਪ੍ਰਸਾਦੀ ਏਕੋ ਜਾਣਾ ਹੈ। ਗੁਰੂ ਸਾਹਿਬ ਦੀ ਪ੍ਰਸਾਦ ਕਿਰਪਾ ਨਾਲ ਇੱਕ ਵਾਹਿਗੁਰੂ ਜੀ ਨੂੰ ਉਹ ਜਾਣ ਲੈਂਦੇ ਆ। ਤਾਂ ਦੂਜਾ ਭਾਵ ਨਾ ਹੋਈ। ਫਿਰ ਉਹਨਾਂ ਦੇ ਅੰਦਰ ਦੂਜਾ ਭਾਵ ਨਹੀਂ ਹੁੰਦਾ, ਭਾਵ ਦਵੈਤ ਨਹੀਂ ਹੁੰਦੀ, ਸੰਸਾਰ ਨਹੀਂ ਰਹਿ ਜਾਂਦਾ ਉਹਨਾਂ ਵਾਸਤੇ, ਦੇਹ ਨਹੀਂ ਰਹਿ ਜਾਂਦੀ, ਸਰੀਰਕ ਰਸ ਨਹੀਂ ਰਹਿ ਜਾਂਦੇ। ਸਭ ਦੇ ਅੰਦਰ ਵਾਹਿਗੁਰੂ ਹੀ ਚੇਤਨ ਬ੍ਰਹਮ ਉਹਨਾਂ ਨੂੰ ਦਿਖਾਈ ਦੇਣ ਲੱਗ ਪੈਂਦਾ। ਦਵੈਤ ਵਾਲੀ ਕੋਈ ਥਾਂ ਹੀ ਨਹੀਂ ਰਹਿੰਦੀ, ਦੂਜਾ ਭਾਵ ਹੀ ਨਹੀਂ ਰਹਿੰਦਾ। ਮਾਇਆ ਨਹੀਂ ਉਹਨਾਂ ਵਾਸਤੇ, ਤਿੰਨ ਗੁਣ ਨਹੀਂ ਉਹਨਾਂ ਵਾਸਤੇ, ਸੰਸਾਰ ਨਹੀਂ ਉਹਨਾਂ ਵਾਸਤੇ। ਸਭ ਦੇ ਅੰਦਰ ਉਹਨਾਂ ਨੂੰ ਇੱਕ ਵਾਹਿਗੁਰੂ ਦੀ ਹੀ ਜੋਤ ਦਿਖਾਈ ਦਿੰਦੀ ਆ। ਮਨ ਸ਼ਾਂਤ ਆਈ ਵਜੀਵਤ ਹਾਈ। ਮਨ ਦੇ ਅੰਦਰ ਸਾਧ ਸੰਗਤ ਜੀ ਸ਼ਾਂਤੀ ਆ ਜਾਂਦੀ ਹੈ, ਤੇ ਜਦੋਂ ਸ਼ਾਂਤੀ ਵਰਤਦੀ ਹੈ ਨਾ, ਫਿਰ ਵਾਹਿਗੁਰੂ ਜੀ ਦੇ ਮਿਲਾਪ ਦੀ ਵਧਾਈ ਕੀ ਖੁਸ਼ੀ ਜਿਹੜੀ ਆ ਵੱਜ ਪੈਂਦੀ, ਭਾਵ ਪ੍ਰਗਟ ਹੋ ਜਾਂਦੀ ਹੈ।
ਮਹਾਰਾਜ ਜੀ ਦੇ ਜਦੋਂ ਦਰਸ਼ਨ ਹੀ ਵੇਖਦਾ ਨਾ, ਜਦੋਂ ਅਭਿਆਸ ਕਰਦੇ ਆ ਨਾ ਗੁਰਮੁਖ, ਉਹਨਾਂ ਨੂੰ ਅਭਿਆਸ ਕਰਦਿਆਂ ਕਰਦਿਆਂ ਪਹਿਲਾਂ ਇਕਾਗਰਤਾ ਬਣਦੀ ਹੈ। ਇਕਾਗਰਤਾ ਦੇ ਨਾਲ ਉਹਨਾਂ ਨੂੰ ਫਿਰ ਦਰਸ਼ਨ ਹੁੰਦਾ ਹੈ। ਦਰਸ਼ਨ ਜਦੋਂ ਹੁੰਦਾ ਹੈ ਤੇ ਮਨ ਜਿਹੜਾ ਉਹਦੇ ਦਰਸ਼ਨ ਵੇਖ ਕੇ ਹੀ ਨਿਹਾਲ ਹੋ ਜਾਂਦਾ। ਫਿਰ ਜਦੋਂ ਕਮਾਈ ਸਿਖਰਾਂ ਤੇ ਪਹੁੰਚਦੀ ਹੈ, ਮਹਾਰਾਜ ਹਰ ਵੇਲੇ ਕੋਲ ਪ੍ਰਤੀਤ ਹੋਣ ਲੱਗ ਜਾਂਦੇ ਹੈ। ਜਦੋਂ ਫਿਰ ਦੇਹ ਦਾ ਅਧਿਆਸ ਬਿਲਕੁਲ ਹੀ ਮਿਟ ਜਾਂਦਾ ਹੈ, ਤਤਾਂ ਦੀ ਧਾਰਨਾ ਵੀ ਜਿਹੜੀ ਉਹ ਸਮਾਪਤ ਹੋ ਜਾਂਦੀ ਹੈ। ਫਿਰ ਵਾਹਿਗੁਰੂ ਦੇ ਵਿੱਚ ਹੀ ਇੱਕ ਮਿਕ ਹੋ ਜਾਂਦਾ ਹੈ। ਕੋਈ ਦੂਜਾ ਭਾਵ ਹੀ ਨਹੀਂ ਫੁਰਦਾ ਦੇਹ ਦਾ, ਕਿਸੇ ਪ੍ਰਕਾਰ ਕੋਈ ਵਕਾਰ, ਕੋਈ ਸੰਕਲਪ, ਕੋਈ ਫੁਰਨਾ, ਕੁਛ ਵੀ ਨਹੀਂ ਰਹਿ ਜਾਂਦਾ। ਤਾਂ ਸਤਿਗੁਰੂ ਜੀ ਕਹਿੰਦੇ ਹਨ, ਮਨ ਸ਼ਾਂਤ ਆਈ ਵਜੀ ਵਧਾਈ। ਫਿਰ ਵਧਾਈਆਂ ਵੱਜ ਪੈਂਦੀਆਂ, ਅੰਦਰ ਖੁਸ਼ੀਆਂ ਪ੍ਰਗਟ ਹੋ ਜਾਂਦੀਆਂ, ਮੰਗਲ ਖੁਸ਼ੀਆਂ ਦੇ ਆਨੰਦ ਪ੍ਰਗਟ ਹੋ ਜਾਂਦੇ ਐ। ਤੇ ਸਤਿਗੁਰੂ ਜੀ ਕਹਿੰਦੇ ਮਨ ਵਿੱਚ ਜਦੋਂ ਸ਼ਾਂਤੀ ਵਰਤ ਜਾਂਦੀ ਹੈ, ਸਭ ਅੱਗ ਤ੍ਰਿਸ਼ਨਾ ਦੀ, ਆਸਾ ਦੀ, ਵਕਾਰਾਂ ਦੀ ਬੁਝ ਜਾਂਦੀ ਹੈ ਤੇ ਅੰਦਰ ਵਧਾਈਆਂ ਜਿਹੜੀਆਂ ਖੁਸ਼ੀਆਂ ਉਹ ਵੱਜ ਆਉਂਦੀਆਂ, ਪ੍ਰਗਟ ਹੋ ਆਉਂਦੀਆਂ ਨੇ। ਸਾਹੋ ਆ ਪਰਵਾਣ। ਤਾਂ ਮਹਾਰਾਜ ਕਹਿੰਦੇ ਭਾਈ ਫਿਰ ਪ੍ਰਵਾਨ ਹੁੰਦਾ ਵਾਹਿਗੁਰੂ ਦੇ ਦਰ ਦੇ ਅੰਦਰ, ਫਿਰ ਕਬੂਲ ਪੈਂਦਾ, ਸੁਰਖਰੂ ਹੁੰਦਾ ਵਾਹਿਗੁਰੂ ਜੀ ਦੇ ਦਰ ਤੇ ਪ੍ਰਵਾਨ ਚੜ ਜਾਂਦਾ ਏ। ਇਹ ਮਨ ਇਹ ਸਫਲਾ ਹੋ ਜਾਂਦਾ ਏ। ਇਉ ਕਹੈ ਨਾਨਕ ਮਨ ਤੂੰ ਜੋਤ ਸਰੂਪ ਹੈ। ਤੀਸਰੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮਨਾ ਤੂੰ ਜੋਤੀ ਸਰੂਪ ਹੈ, ਤੂੰ ਪ੍ਰਕਾਸ਼ ਸਰੂਪ ਹੈ। ਐਵੇਂ ਤੂੰ ਆਪਣੇ ਆਪ ਨੂੰ ਦੇਹ ਮੰਨ ਲਿਆ ਹੈ, ਤੂੰ ਤਾਂ ਵਾਸਤਵ ਰੂਪ ਵਿੱਚ ਬ੍ਰਹਮ ਦਾ ਸਰੂਪ ਹੈ, ਜੋਤੀ ਸਰੂਪ ਪਰਮੇਸ਼ਰ ਹੈ। ਆਪਣਾ ਮੂਲ ਪਛਾਣ। ਇਉਂ ਮਹਾਰਾਜ ਕਹਿੰਦੇ ਇਸ ਤਰ੍ਹਾਂ ਤੂੰ ਆਪਣੇ ਮੂਲ ਨੂੰ ਗੁਰੂ ਜੀ ਦੁਆਰਾ ਪਹਿਚਾਨਣਾ ਕਰ, ਆਪਣੇ ਮੁੱਢ ਨੂੰ ਪਹਿਚਾਨਣਾ ਕਰ। ਤੇਰਾ ਵਾਸਤਵ ਰੂਪ ਚੇਤਨ ਬ੍ਰਹਮ ਹੈ। ਤੂੰ ਐਵੇਂ ਜੀਵ ਪੁਣੇ ਦੇ ਵਿੱਚ ਪੈ ਕਰਕੇ ਦੁਖੀ ਹੋ ਰਿਹਾ ਹੈ, ਬੜਾ ਜ਼ਿਆਦਾ ਪਰੇਸ਼ਾਨ ਹੋ ਰਿਹਾ ਹੈ। ਤੂੰ ਗੁਰੂ ਜੀ ਦੁਆਰਾ ਆਪਣੇ ਵਾਸਤਵ ਰੂਪ ਨੂੰ ਪਹਿਚਾਨਣਾ ਕਰ। ਮਨ ਤੂੰ ਗਾਰਬ ਅਟਿਆ। ਸੱਚੇ ਪਾਤਸ਼ਾਹ ਜੀ ਹੁਣ ਕਹਿੰਦੇ ਆ ਮਨਾ ਤੈਨੂੰ ਵਾਸਤਵ ਰੂਪ ਆਪਣਾ ਪਤਾ ਕਿਉਂ ਨਹੀਂ ਪਤਾ ਲੱਗ ਰਿਹਾ? ਕਿਉਂਕਿ ਮਨ ਤੂੰ ਗਾਰਬ ਅਟਿਆ, ਤੂੰ ਹੰਕਾਰ ਦੇ ਵਿੱਚ ਨਾ ਭਰਿਆ ਹੀ ਪਿਆ ਹੈ। ਅਟਿਆ ਕਿ ਪੂਰਿਆ ਹੀ ਪਿਆ ਹੈ। ਤੇ ਜਿਹੜਾ ਸਾਧ ਸੰਗਤ ਜੀ ਕੋਈ ਬਰਤਨ ਭਰਿਆ ਹੋਵੇ ਨਾ, ਉਹਦੇ ਵਿੱਚ ਕੋਈ ਹੋਰ ਚੀਜ਼ ਉਤੋਂ ਕੀ ਪੈਣੀ ਆ? ਫਿਰ ਹੰਕਾਰ ਕਰਕੇ ਜੀਵ ਕੋਈ ਸਿੱਖਿਆ ਨਹੀਂ ਲੈ ਪਾਉਂਦਾ, ਹੰਕਾਰੀ ਦੇ ਅੰਦਰ ਕੋਈ ਗੁਣ ਨਹੀਂ ਸਮਾਉਂਦਾ। ਤਾਂ ਮਹਾਰਾਜ ਜੀ ਮਨ ਨੂੰ ਹੁਣ ਸਿੱਖਿਆ ਦਿੰਦੇ ਆ, ਮਨਾ ਤੂੰ ਗਾਰਬ ਅਟਿਆ, ਤੂੰ ਹੰਕਾਰ ਦੇ ਵਿੱਚ ਅਟਿਆ ਭਰਿਆ ਹੀ ਪਿਆ ਹੈ। ਗਾਰਬ ਲੱਦਿਆ ਜਾਹੇ। ਤੇ ਇਸ ਹੰਕਾਰ ਦੇ ਅੰਦਰ ਤੂੰ ਆਪਣੇ ਆਪ ਨੂੰ ਲੱਦ ਲਿਆ ਹੈ, ਆਪਣੇ ਅੰਤःਕਰਨ ਰੂਪੀ ਗੱਡੇ ਨੂੰ ਹੰਕਾਰ ਨਾਲ ਹੀ ਲੱਦਿਆ ਹੋਇਆ ਹੈ। ਤੇ ਹੰਕਾਰ ਦਾ ਹੀ ਭਾਰ ਲੱਦ ਕਰਕੇ ਤੂੰ ਜਾਵੇਂਗਾ ਫਿਰ ਪਰਲੋਕ ਨੂੰ, ਇਹੀ ਲੈ ਕੇ ਜਾਏਗਾ ਨਾ ਜੋ ਤੇਰੇ ਕੋਲ ਹੈ। ਇਸ ਕਰਕੇ ਤੂੰ ਕੀ ਆ ਕਿ ਆਪਣੀ ਵਿਦਿਆ ਦਾ ਹੀ ਹੰਕਾਰ ਕਰੀ ਜਾਂਦਾ, ਫਿਰ ਆਪਣੀ ਮਾਇਆ ਦਾ ਹੰਕਾਰ ਕਰੀ ਜਾਂਦਾ, ਫਿਰ ਤੂੰ ਆਪਣੀ ਜਾਇਦਾਦ ਦਾ ਹੰਕਾਰ ਕਰੀ ਜਾਂਦਾ, ਤੂੰ ਆਪਣੇ ਚਿਹਰੇ ਦਾ ਹੀ ਹੰਕਾਰ ਕਰੀ ਜਾਂਦਾ ਕਿ ਮੈਂ ਬਲਵਾਨ ਬੜਾ, ਮੈਂ ਸੋਹਣਾ ਬੜਾ ਹਾਂ। ਐਵੇਂ ਹੰਕਾਰ ਦੇ ਵਿੱਚ ਅਟਿਆ ਪਿਆ, ਪੂਰਿਆ ਪਿਆ, ਭਰਿਆ ਪਿਆ ਹੈ। ਤੇ ਮਹਾਰਾਜ ਜੀ ਨੇ ਕਿਹਾ ਸੂਰਤ ਦੇਖ ਨਾ ਭੂਲ ਗਵਾਰਾ, ਮਿਥਨ ਮੁਹਾਰਾ, ਇਹ ਸਾਰਾ ਝੂਠ ਪਸਾਰਾ। ਮਹਾਰਾਜ ਕਹਿੰਦੇ ਭਾਈ ਇਹ ਪਸਾਰਾ ਸਾਰਾ ਝੂਠਾ ਏ। ਤੂੰ ਐਵੇਂ ਸੂਰਤਾਂ ਵੇਖ ਵੇਖ ਕਰ ਮਾਇਆ ਨੇ ਤੇਰੇ ਚਿੱਤ ਨੂੰ ਮੋਹਿਤ ਕਰ ਲਿਆ ਹੈ, ਇਹਨੇ ਤੈਨੂੰ ਖਿੱਚ ਲਿਆ ਆਪਣੇ ਵੱਲ। ਬੜਾ ਪਛਤਾਵੇਂਗਾ ਕਿ ਮੈਂ ਭਗਤੀ ਕਰ ਲੈਂਦਾ, ਮਨਾ ਹੰਕਾਰ ਨੂੰ ਘਟਾ ਕੇ ਸਭ ਦੇ ਚਰਨਾਂ ਦੀ ਧੂੜ ਬਣਦਾ, ਸੰਗਤ ਵਿੱਚ ਨੀਵਾਂ ਬਣ ਕੇ ਰਹਿੰਦਾ। ਤੂੰ ਤਾਂ ਹੰਕਾਰ ਘਟਾਇਆ ਹੀ ਨਹੀਂ। ਫਿਰ ਪਛਤਾਵਾ ਲੱਗਦਾ ਬਹੁਤ ਜ਼ਿਆਦਾ ਕਿ ਮਨਾ ਹੰਕਾਰ ਨਹੀਂ ਸੀ ਕਰਨਾ ਚਾਹੀਦਾ। ਇਹ ਸਾਧ ਸੰਗਤ ਜੀ ਜਿਹੜਾ ਮਾਨ ਗਵਾਉਣਾ ਹੈ ਨਾ, ਉਹੋ ਹੀ ਸੇਵਾ ਹੈ। ਆਪ ਗਵਾਈਐ ਤਾਂ ਸਹੁ ਪਾਈਐ। ਇਹ ਮਹਾਰਾਜ ਜੀ ਨੇ ਬਚਨ ਕਹੇ ਵੀ ਆਪਣਾ ਆਪਾ ਭਾਵ ਗਵਾਉਣਾ ਹੀ ਸੇਵਾ ਹੈ। ਤੇ ਇਸੇ ਕਰਕੇ ਜੋੜੇ ਝਾੜਦੇ, ਇਸੇ ਕਰਕੇ ਸੇਵਾ ਕਰੀਦੀ ਹੈ ਕਿ ਹੰਕਾਰ ਨਾ ਅੰਦਰ ਆਵੇ। ਸੰਗਤ ਦੇ ਅੱਗੇ ਨਿਮਾਣਾ ਬਣ ਕਰਕੇ ਰਹਿਣਾ,
ਸਤਿਗੁਰੂ ਜੀ ਕਹਿੰਦੇ ਹਨ ਇਸ ਪ੍ਰਕਾਰ, ਗਰਭ ਲਾਗਾ ਜਾਹੇ ਮੁਗਧ ਮਨ। ਹੰਕਾਰ ਦੇ ਅੰਦਰ ਲੱਗਿਆ ਹੋਇਆ ਜਦੋਂ ਤੂੰ ਜਾਵੇਂਗਾ ਹੈ ਮੂਰਖ ਬੇਸਮਝ ਮਨਾ। ਅੰਤ ਗਿਆ ਪਛਤਾਵਹਿ। ਅੰਤ ਨੂੰ ਗਿਆ ਹੋਇਆ ਪਰਲੋਕ ਵਿੱਚ ਫਿਰ ਬਹੁਤ ਜ਼ਿਆਦਾ ਪਛਤਾਵੇਂਗਾ, ਬੜਾ ਤੈਨੂੰ ਪਛਤਾਵਾ ਲੱਗੇਗਾ ਕਿ ਹੰਕਾਰ ਛੱਡਣਾ ਚਾਹੀਦਾ ਸੀ। ਅਹੰਕਾਰ ਤਿਸਨਾ ਰੋਗ ਲੱਗਾ। ਵੇਖ ਤੈਨੂੰ ਹੰਕਾਰ ਦਾ ਵੱਡਾ ਰੋਗ ਲੱਗਾ ਹੋਇਆ ਹੈ ਤੇ ਤ੍ਰਿਸ਼ਨਾ ਦਾ ਵੀ ਤੈਨੂੰ ਵੱਡਾ ਰੋਗ ਲੱਗਾ ਹੋਇਆ ਹੈ। ਇਹ ਬਹੁਤ ਤੈਨੂੰ ਵੱਡੇ ਹੀ ਰੋਗ ਚਿੰਬੜੇ ਹੋਏ ਐ। ਅੰਦਰ ਤੇਰੇ ਤ੍ਰਿਸ਼ਨਾ ਹੈ ਪਦਾਰਥਾਂ ਦੀ ਕਿ ਆ ਵੀ ਮਿਲ ਜੇ, ਆ ਵੀ ਮਿਲ ਜੇ। ਉਧਰੋਂ ਤੈਨੂੰ ਹੰਕਾਰ ਇੰਨਾ ਜ਼ਿਆਦਾ ਕਿ ਆਪਣੇ ਬਰਾਬਰ ਕਿਸੇ ਨੂੰ ਨਹੀਂ ਸਮਝਦਾ। ਐਂ ਹੀ ਸੋਚਦਾ ਕਿ ਸ਼ਾਇਦ ਮੇਰੇ ਵਰਗਾ ਬ੍ਰਹਮਾ ਨੇ ਤਿੰਨਾਂ ਲੋਕਾਂ 'ਚ ਪੈਦਾ ਹੀ ਨਹੀਂ ਕੀਤਾ ਹੈ, ਮੈਂ ਹੀ ਹਾਂ ਬਸ। ਇਉਂ ਤੈਨੂੰ ਹੰਕਾਰ ਹੀ ਫੁਰਦਾ ਰਹਿੰਦਾ ਹੈ। ਸਤਿਗੁਰੂ ਜੀ ਕਹਿੰਦੇ ਹੰਕਾਰ ਤੇ ਤ੍ਰਿਸ਼ਨਾ ਤੇ ਇਸ ਪ੍ਰਕਾਰ ਜਿਹੜੇ ਇਹ ਰੋਗ ਹਨ ਸਾਰੇ ਵਿਕਾਰਾਂ ਦੇ, ਇਹਨਾਂ ਵਿੱਚ ਮਹਾਰਾਜ ਕਹਿੰਦੇ ਤੂੰ ਲੱਗਿਆ ਹੋਇਆ। ਫਿਰ ਪੜ੍ਹ ਦਿਓ, ਅਹੰਕਾਰ ਤਿਸਨਾ ਰੋਗ ਲੱਗਾ। ਇਹ ਤੈਨੂੰ ਰੋਗ ਲੱਗ ਗਿਆ ਹੈ। ਇਹ ਜਿਹੜਾ ਹੰਕਾਰ ਦਾ ਰੋਗ ਹੈ ਨਾ, ਕੋੜ ਦੀ ਤਰ੍ਹਾਂ ਹੁੰਦਾ ਹੈ। ਇਹ ਵੱਡਾ ਰੋਗ ਤੈਨੂੰ ਚਿੰਬੜ ਗਿਆ, ਕੋੜ ਵਰਗਾ। ਹੰਕਾਰ ਤ੍ਰਿਸ਼ਨਾ ਇਹ ਰੋਗ ਤੈਨੂੰ ਚਿੰਬੜੇ ਹੋਏ ਆ। ਬਿਰਥਾ ਜਨਮ ਗਵਾਵਹਿ। ਆਪਣੇ ਜਨਮ ਨੂੰ ਵਿਅਰਥ ਗਵਾ ਰਿਹਾ ਹੈ। ਗਵਾਵਹਿ ਗਵਾ ਲਵੇਂਗਾ, ਗਵਾਵਹਿ ਤੇਰਾ ਗਵਾਚ ਜਾਵੇਗਾ ਸਾਰਾ ਜਨਮ ਵਿਅਰਥ। ਕਿਉਂਕਿ ਜਿਹੜੀ ਤ੍ਰਿਸ਼ਨਾ ਦੇ ਨਾਲ ਤੂੰ ਇਕੱਠੇ ਕਰ ਰਿਹਾ ਪਦਾਰਥ ਉਹ ਨਾਲ ਨਹੀਂ ਨਿਭਣੇ। ਜਿਹੜੀ ਹਉਮੈ ਤੂੰ ਕਰ ਰਿਹਾ ਹੈ ਦੇਹ ਦੀ ਉਹ ਤੇਰੇ ਨਾਲ ਹੀ ਨਹੀਂ ਚੱਲਣੀ ਦੇ। ਤੇ ਫਿਰ ਤੂੰ ਇਹ ਕੀਤੇ ਹੋਏ ਔਗਣ ਜਿਹੜੇ ਆ ਨਾ ਹਉਮੈ ਕਰਕੇ ਤ੍ਰਿਸ਼ਨਾ ਕਰਕੇ ਇਹਨਾਂ ਦੀਆਂ ਪੰਡਾਂ ਪਾ ਕੇ ਜਦੋਂ ਜਾਵੇਂਗਾ ਪਰਲੋਕ ਦੇ ਅੰਦਰ, ਫਿਰ ਮਹਾਰਾਜ ਕਹਿੰਦੇ ਜਨਮ ਤੇਰਾ ਸਾਰਾ ਹੀ ਵਿਅਰਥ ਚਲੇ ਜਾਵੇਗਾ। ਮਨਮੁਖ ਮੁਗਧ ਚੇਤਹਿ ਨਾਹੀ। ਜਿਹੜੇ ਮਨਮੁਖ ਨੇ ਨਾ, ਮਨ ਦੇ ਆਖੇ ਲੱਗਦੇ ਆ, ਗੁਰੂ ਸਾਹਿਬ ਦੀ ਆਗਿਆ ਨਹੀਂ ਮੰਨਦੇ। ਫਿਰ ਸਾਧ ਸੰਗਤ ਜੀ ਜਿਹੜੇ ਮੁਗਧ ਬੇਸਮਝ ਵੈ, ਜਿਹੜੇ ਕਹਿੰਦੇ ਕੀ ਲੱਗਣ ਲੱਗਾ, ਕੀ ਹੋ ਚੱਲਿਆ ਹੈ, ਮਹਾਰਾਜ ਕਹਿੰਦੇ ਹਨ ਮਨਮੁਖ ਮੁਗਧ ਚੇਤਹਿ ਨਾਹੀ। ਵਾਹਿਗੁਰੂ ਜੀ ਦੇ ਨਾਮ ਨੂੰ ਇਹ ਚੇਤੇ ਹੀ ਨਹੀਂ ਕਰਦੇ। ਮਨਮੁਖ ਜਿਹੜੇ ਆ ਨਾ ਗੁਰੂ ਜੀ ਦੇ ਆਖੇ ਹੀ ਨਹੀਂ ਲੱਗਦੇ, ਮਨ ਪਸੰਦੀ ਦੀ ਗੱਲ ਕਰਦੇ ਆ। ਤੇ ਬੇਸਮਝ ਜਿਹੜੇ ਆ ਉਹ ਵੀ ਵਾਹਿਗੁਰੂ ਦੇ ਨਾਮ ਨੂੰ ਚੇਤੇ ਨਹੀਂ ਕਰਦੇ। ਕਹਿੰਦੇ ਕੀ ਹੋ ਜਾਊਗਾ ਜੇ ਨਹੀਂ ਭਜਨ ਕਰਾਂਗੇ ਤਾਂ। ਇਸ ਤਰ੍ਹਾਂ ਹਉਮੈ ਦੇ ਸਹਿਤ ਬੋਲਦੇ ਆ, ਵਾਹਿਗੁਰੂ ਜੀ ਦੇ ਨਾਮ ਨੂੰ ਚੇਤੇ ਨਹੀਂ ਕਰਦੇ। ਅੱਗੇ ਗਿਆ ਪਛਤਾਵਹਿ। ਤੇ ਅੱਗੇ ਪਰਲੋਕ ਵਿੱਚ ਮਹਾਰਾਜ ਕਹਿੰਦੇ ਜਦੋਂ ਜਾਵੇਂਗਾ ਨਾ ਇਹ ਬੇਸਮਝ ਮਨਾ, ਫਿਰ ਬਹੁਤ ਜ਼ਿਆਦਾ ਤੂੰ ਪਛਤਾਵੇਂਗਾ, ਬੜਾ ਤੈਨੂੰ ਪਛਤਾਵਾ ਲੱਗੇਗਾ। ਇਉਂ ਕਹਾ ਨਾਨਕ ਮਨ ਤੂੰ ਗਰਭ ਅਟਿਆ। ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਹਨ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਤੀਸਰਾ ਰੂਪ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਇਹ ਮਨਾ ਤੂੰ ਗਰਭ ਅਟਿਆ। ਹੰਕਾਰ ਦੇ ਅੰਦਰ ਤੂੰ ਅਟਿਆ ਪਿਆ, ਭਾਵ ਭਰਿਆ ਪਿਆ ਹੈ। ਗਰਭ ਲੱਦਿਆ ਜਾਵਹਿ। ਤੇ ਇਸੇ ਤਰ੍ਹਾਂ ਤੂੰ ਫਿਰ ਹੰਕਾਰ ਦੇ ਅੰਦਰ ਲੱਦਿਆ ਹੋਇਆ ਹੀ ਪਰਲੋਕ ਨੂੰ ਜਾਵੇਂਗਾ। ਹੰਕਾਰ ਦੀਆਂ ਪੰਡਾਂ ਹੀ ਤੇਰੇ ਸਿਰ ਤੇ ਹੋਣਗੀਆਂ ਜਦੋਂ ਤੂੰ ਪਰਲੋਕ ਨੂੰ ਜਾਵੇਂਗਾ ਦੇਹ ਨੂੰ ਛੱਡ ਕਰਕੇ। ਮਨ ਤੂੰ ਮਤ ਮਾਣ ਕਰਹਿ। ਹੁਣ ਮਹਾਰਾਜ ਜੀ ਸਿੱਖਿਆ ਦਿੰਦੇ ਆ ਸੱਚੇ ਪਾਤਸ਼ਾਹ, ਇਹ ਮਨਾ ਮਤਾ ਤੂੰ ਮਾਣ ਨਾ ਕਰੀ। ਮਤ ਦਾ ਅਰਥ ਹੁੰਦਾ ਕਿ ਨਾ ਕਰੀ। ਤੂੰ ਕਰਦਾ ਤੇ ਪਿਆ ਹੈ, ਤੇ ਇਹ ਹੰਕਾਰ ਦੇ ਕਰਨ ਦਾ ਨੁਕਸਾਨ ਕਿੱਡਾ ਵੱਡਾ ਹੁਣ ਮਹਾਰਾਜ ਦੱਸਣ ਲੱਗੇ ਐ। ਸਤਿਗੁਰੂ ਜੀ ਕਹਿੰਦੇ ਹੈ ਮਨਾ ਮਤਾ ਤੂੰ ਮਾਣ ਨਾ ਕਦੇ ਆਪਣੇ ਮਨ ਵਿੱਚ ਕਰਨਾ ਕਰੀ। ਜੇ ਹਾਂ ਕਿਛ ਜਾਣਦਾ, ਕਿ ਜੇ ਮੈਂ ਕੁਛ ਜਾਣਦਾ ਹਾਂ, ਜੇ ਜਾਣਦਾ ਵੀ ਆ ਨਾ ਤਾਂ ਮਾਣ ਨਾ ਕਰੀ। ਜਿਹੜੇ ਸਾਧ ਸੰਗਤ ਜੀ ਭਗਤ ਬਣ ਜਾਂਦੇ ਆ ਨਾ, ਤੇ ਉਹਨਾਂ ਨੂੰ ਪੁੱਛੀਏ ਕਿ ਮਹਾਰਾਜ ਤੁਸੀਂ ਤਾਂ ਬ੍ਰਹਮ ਗਿਆਨੀ ਹੋ, ਤੇ ਕਬੀਰ ਸਾਹਿਬ ਨੂੰ ਪਤਾ ਸਭ ਕੁਝ ਵੈ, ਪਰ ਕਬੀਰ ਸਾਹਿਬ ਜੀ ਕਹਿੰਦੇ ਨੇ ਕਬੀਰ ਕੂਕਰ ਰਾਮ ਕੋ। ਇੰਨੀ ਨਿਮਰਤਾ ਰੱਖਦੇ, ਮੈਨੂੰ ਮਹਾਰਾਜ ਕੁਝ ਵੀ ਨਹੀਂ ਪਤਾ, ਅਸੀਂ ਤਾਂ ਕੁੱਤੇ ਆ ਪਰਮੇਸ਼ਰ ਦੇ ਦਰ ਦੇ। ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਓ, ਗਲੇ ਹਮਾਰੇ ਜੇਵਰੀ ਜਹ ਖਿੰਚੈ ਤਹ ਜਾਓ। ਮਹਾਰਾਜ ਕਹਿੰਦੇ ਮਨਾ ਮਤ ਤੂੰ ਮਾਣ ਕਰੀ ਕਿਤੇ, ਕਿ ਜੇ ਹਉ ਕਿਛ ਜਾਣਦਾ, ਕਿ ਮੈਂ ਜੇ ਕਿਛ ਤੂੰ ਜਾਣਦਾ ਵੀ ਆ ਨਾ ਕਿ ਜੀਵ ਤੇ ਈਸ਼ ਦਾ ਸਰੂਪ ਕੀ ਹੈ,
ਕਿ ਮੈਂ ਜਾਣਦਾ ਹਾਂ ਗਿਆਨ ਕੀ ਹੈ, ਮੈਨੂੰ ਪਤਾ ਹੈ ਕਿ ਦੇਹ ਕੀ ਹੈ, ਮਨ ਕੀ ਹੈ, ਆਤਮਾ ਕੀ ਹੈ। ਜੇ ਤੈਨੂੰ ਪਤਾ, ਤੂੰ ਜਾਣਦਾ ਹੈ ਕਿ ਕਹਿੰਦੇ ਵਿਦਾਂਤ ਪੜਿਆ ਹੋਇਆ, ਮੈਨੂੰ ਸਭ ਪਤਾ ਹੈ ਗਿਆਨ। ਸਤਿਗੁਰੂ ਜੀ ਕਹਿੰਦੇ ਮਾਣ ਨਾ ਕਰੀ, ਇਸ ਗਿਆਨ ਦਾ ਹੰਕਾਰ ਨਾ ਕਰੀ, ਸਾਰਾ ਹੀ ਗਿਆਨ ਅਗਿਆਨ ਵਰਗਾ ਹੋ ਜਾਏਗਾ। ਜੇ ਤੂੰ ਹੰਕਾਰ ਕੀਤਾ ਤਾਂ ਸਾਰੇ ਹੀ ਗੁਣ ਔਗਣਾ ਵਰਗੇ ਹੋ ਜਾਣਗੇ ਜੇ ਤੂੰ ਹੰਕਾਰ ਕੀਤਾ ਤਾਂ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਮਨ ਤੂੰ ਮਤ ਮਾਣ ਕਰਹਿ। ਇਹ ਮੇਰੇ ਪਿਆਰੇ ਮਨਾ, ਮਤਾ ਤੂੰ ਕਿਸੇ ਪ੍ਰਕਾਰ ਮਾਣ ਨਾ ਕਰੇ ਆਪਣੇ ਮਨ ਅੰਦਰ। ਜੇ ਹਉ ਕਿਛ ਜਾਣਦਾ, ਕਿ ਜੇ ਤੂੰ ਹੋ ਕੁਛ ਤੂੰ ਜਾਣਦਾ ਹੈ, ਕੁਝ ਸਮਝਦਾ ਹੈ, ਇਸ ਗੱਲ ਦਾ ਹੰਕਾਰ ਨਾ ਕਰੀ ਕਿ ਤੈਨੂੰ ਕੁਝ ਪਤਾ ਹੈ। ਗੁਰਮੁਖ ਨਿਮਾਣਾ ਹੋ, ਤੂੰ ਗੁਰਮੁਖ ਬਣ ਕੇ ਨਿਮਾਣਾ ਹੋ ਕਰਕੇ ਰਹੋ। ਹੱਥ ਜੋੜ ਮਹਾਰਾਜ ਦੇ ਅੱਗੇ, ਮਹਾਰਾਜ ਮੈਨੂੰ ਕੁਛ ਨਹੀਂ ਪਤਾ, ਮਹਾਰਾਜ ਮੈਂ ਮੂਰਖ ਹਾਂ, ਬੇਸਮਝ ਹਾਂ, ਮਹਾਰਾਜ ਮੈਨੂੰ ਕਿਰਪਾ ਕਰਕੇ ਅਕਲ ਦਿਓ, ਸੱਚੇ ਪਾਤਸ਼ਾਹ ਮੈਨੂੰ ਸੋਝੀ ਦਿਓ। ਸਤਿਗੁਰੂ ਦੇ ਸਾਹਮਣੇ ਕਦੇ ਇਹ ਜਣਾਵੀਂ ਨਾ ਕਿ ਤੈਨੂੰ ਕੁਛ ਪਤਾ ਹੈ, ਕਿਉਂਕਿ ਤੇਰਾ ਗਿਆਨ ਹੀ ਫਿਰ ਤੇਰੇ ਆੜੇ ਆ ਜਾਣਾ। ਇਹ ਗਿਆਨ ਹੀ ਤੈਨੂੰ ਲੈ ਬੈਠੇਗਾ, ਕਿਉਂਕਿ ਇਸ ਦੁਨਿਆਵੀ ਗਿਆਨ ਨਾਲ ਤੂੰ ਵਾਹਿਗੁਰੂ ਤੱਕ ਨਹੀਂ ਪਹੁੰਚ ਸਕਦਾ। ਉੱਥੇ ਤਾਂ ਮਹਾਰਾਜ ਕਹਿੰਦੇ ਗੁਰਮੁਖ ਨਿਮਾਣਾ ਹੋ, ਗੁਰਮੁਖ ਬਣ ਕੇ ਨਿਮਾਣਾ ਹੋ ਕਰਕੇ ਸਤਿਗੁਰਾਂ ਦੇ ਅੱਗੇ ਰਹੋ। ਫਿਰ ਮੁਖੀ ਗੁਰੂ ਜੀ ਦੁਆਰਾ ਹੰਕਾਰ ਨੂੰ ਤਿਆਗ ਕਰਕੇ ਤੂੰ ਗੁਰਮੁਖ ਬਣ ਤੇ ਨਿਮਾਣਾ ਹੋ ਕਰਕੇ ਰਹਿਣਾ ਕਰ। ਅੰਤਰ ਅਗਿਆਨ ਹਉ ਬੁੱਧ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੰਦਰ ਤੇਰੇ ਅਗਿਆਨ ਦਾ ਹਨੇਰਾ ਹੈ ਤੇ ਹਉ ਬੁੱਧ ਹੈ, ਹੰਕਾਰ ਦੀ ਬੁੱਧੀ ਹੈ ਤੇਰੇ ਅੰਦਰ। ਸੱਚ ਸ਼ਬਦ ਮਲ ਖੋਹ। ਮਹਾਰਾਜ ਫਿਰ ਇਸ ਨੂੰ ਨਾਸ਼ ਕਿਵੇਂ ਕਰੀਦਾ ਹੈ? ਇਹ ਹਉ ਬੁੱਧ ਜਿਹੜੀ ਹੈ, ਜਿਹੜੀ ਹੰਕਾਰ ਵਾਲੀ ਅਕਲ ਵੈ, ਇਹ ਮਹਾਰਾਜ ਕਿਵੇਂ ਨਾਸ਼ ਹੁੰਦੀ ਹੈ? ਤਾਂ ਸਤਿਗੁਰੂ ਜੀ ਦੱਸਦੇ ਹਨ, ਸੱਚ ਸ਼ਬਦ ਮਲ ਖੋਹ, ਕਿ ਸੱਚੇ ਸ਼ਬਦ ਦੀ ਕਮਾਈ ਕਰਕੇ ਹੰਕਾਰ ਦੀ ਮੈਲ ਨੂੰ ਖੋਹ ਲੈ, ਨਾਸ਼ ਕਰ ਲੈ। ਜਿਵੇਂ ਸਾਧ ਸੰਗਤ ਜੀ ਸਾਬਣ ਲਾ ਕਰਕੇ ਕੱਪੜੇ ਦੀ ਮੈਲ ਲਾ ਦੇਈਦੀ ਹੈ ਨਾ, ਤੇ ਇਹ ਸਾਧ ਸੰਗਤ ਰੂਪੀ ਘਾਟ ਤੇ ਆ ਕਰਕੇ ਦੇਖੋ, ਸੰਗਤ ਵਿੱਚ ਮੈਲ ਲਾਉਣ ਦਾ ਥਾਂ ਹੈ, ਪਰ ਇੱਥੇ ਆ ਕਰਕੇ ਤੁਸੀਂ ਆਪਣੇ ਕੰਨਾਂ ਨਾਲ ਫੋਨ ਲਾ ਲਾ ਕੇ ਸੰਗਤ ਵਿੱਚ ਬਹਿ ਕੇ ਗੱਲਾਂ ਕਰੋਗੇ ਤੇ ਮੈਲ ਕਦੋਂ ਲਾਓਗੇ? ਸੰਗਤ ਵਿੱਚ ਆ ਕਰਕੇ ਤੁਸੀਂ ਗੱਲਾਂ ਕਰੋਗੇ ਤੇ ਮੈਲ ਕਦੋਂ ਲਾਓਗੇ? ਇਹ ਸਾਧ ਸੰਗਤ ਰੂਪੀ ਘਾਟ ਹੈ। ਸਾਧ ਸੰਗਤ ਜੀ ਵਗਦਾ ਹੋਇਆ ਇਹ ਨਾਮ ਦਾ ਦਰਿਆ ਸੰਗਤ ਰੂਪੀ ਘਾਟ ਤੇ ਉਤਰ ਕਰਕੇ ਫਿਰ ਪ੍ਰੇਮ ਰੂਪੀ ਜਲ ਪਾ ਕਰਕੇ ਨਾਮ ਦਾ ਸਾਬਣ ਲਾ ਕਰਕੇ ਤੇ ਸਾਧ ਸੰਗਤ ਜੀ ਜਿਹੜੀਆਂ ਅਭਿਆਸ ਰੂਪੀ ਮੁੱਕੀਆਂ ਲਾ ਕਰਕੇ ਇਸ ਪ੍ਰਕਾਰ ਸਾਧਨਾ ਰੂਪੀ ਪਟੜੇ ਦੇ ਉੱਤੇ ਲਾ ਕਰਕੇ ਤੇ ਇਹਦੇ ਵਿੱਚੋਂ ਹੰਕਾਰ ਦੀ ਮੈਲ ਗਵਾਈ ਦੀ ਹੈ, ਫਿਰ ਜਾ ਕਰਕੇ ਮੈਲ ਧੁੱਪਦੀ ਹੈ। ਇਉਂ ਮਹਾਰਾਜ ਜੀ ਕਹਿੰਦੇ ਭਾਈ ਸੱਚ ਸ਼ਬਦ ਮਲ ਖੋਹ, ਸੱਚੇ ਸ਼ਬਦ ਨੂੰ ਲੈ ਗੁਰੂ ਜੀ ਦੇ ਕੋਲੋਂ ਤੇ ਸੱਚੇ ਸ਼ਬਦ ਦਾ ਅਭਿਆਸ ਕਰਿਆ ਕਰ। ਸੱਚੇ ਸ਼ਬਦ ਦਾ ਬਾਰ-ਬਾਰ ਜਿਹੜਾ ਅਭਿਆਸ ਕਰਨਾ ਹੈ ਨਾ, ਇਹ ਸਾਬਣ ਲਾਉਣਾ ਹੈ ਤੇ ਆਪਣੇ ਅੰਦਰੋਂ ਹੰਕਾਰ ਦੀ ਮੈਲ ਨੂੰ ਖੋਣਾ ਕਰ, ਧੋਣਾ ਕਰ। ਓਹ ਨਿਮਾਣਾ ਸਤਿਗੁਰੂ ਅੱਗਾ, ਤੂੰ ਸਤਿਗੁਰੂ ਜੀ ਦੇ ਅੱਗੇ ਨਿਮਾਣਾ ਹੋ ਜਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਸਿੱਖ ਇੰਨੀ ਲਿਆਕਤ ਵਾਲੇ, ਇੰਨੇ ਗੁਣਾ ਵਾਲੇ, ਫਿਰ ਵੀ ਸਾਧ ਸੰਗਤ ਜੀ ਮਹਾਰਾਜ ਜੀ ਦੇ ਅੱਗੇ ਨਿਮਾਣੇ ਹੋ ਕਰਕੇ ਰਹਿੰਦੇ। ਇਤਿਹਾਸ ਜ਼ਿਕਰ ਕਰਦਾ ਹੈ ਕਿ ਬਾਬਾ ਬੁੱਢਾ ਸਾਹਿਬ ਜੀ ਨੂੰ ਮਹਾਰਾਜ ਜੀ ਨੇ ਇੱਕ ਵਾਰੀ ਸਿੱਖਾਂ ਨੂੰ ਭੇਜਿਆ ਕਿ ਜਾਓ ਬਾਬਾ ਬੁੱਢਾ ਸਾਹਿਬ ਨੂੰ ਲੈ ਕੇ ਆਓ, ਅਸੀਂ ਬਾਬਾ ਬੁੱਢਾ ਸਾਹਿਬ ਦਾ ਦਰਸ਼ਨ ਕਰਨਾ। ਬਿਰਧ ਹੋ ਗਿਆ ਸੀ ਬਾਬਾ ਬੁੱਢਾ ਸਾਹਿਬ ਦਾ ਸਰੀਰ, ਤੇ ਮਹਾਰਾਜ ਆਪਣੀ ਪਾਲਕੀ ਭੇਜੀ ਸੱਚੇ ਪਾਤਸ਼ਾਹ ਨੇ, ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਤੇ ਸਮੇਂ ਸਿੱਖਾਂ ਬੇਨਤੀ ਕੀਤੀ ਕਿ ਹਜੂਰ ਨੇ ਆਪ ਨੂੰ ਸੱਦਿਆ ਹੈ, ਬਾਬਾ ਜੀ ਆਪ ਕਿਰਪਾ ਕਰਕੇ ਚੱਲੋ। ਤੇ ਬਾਬਾ ਬੁੱਢਾ ਸਾਹਿਬ ਜੀ ਸਤਿਗੁਰੂ ਜੀ ਦਾ ਹੁਕਮ ਜਾਣ ਕੇ ਪਾਲਕੀ ਸਾਹਿਬ ਵਿੱਚ ਅਸਵਾਰ ਹੋ ਗਏ। ਜਦੋਂ ਗੁਰਸਿੱਖਾਂ ਪਾਲਕੀ ਚੱਕ ਲਈ, ਬਾਬਾ ਬੁੱਢਾ ਸਾਹਿਬ ਦੀ ਮਹਾਨਤਾ ਦਰਸਾਉਣ ਲਈ ਗੁਰੂ ਹਰਗੋਬਿੰਦ ਸਾਹਿਬ ਨੇ ਵੱਡੇ ਚਾਦਰੇ ਦਾ ਬੁੱਕਲਾ ਮਾਰਿਆ, ਤੇ ਬੁੱਕਲ ਮਾਰ ਕੇ ਮਹਾਰਾਜ ਨੇ ਆਪ ਉਸ ਪਾਲਕੀ ਸਾਹਿਬ ਨੂੰ ਮੋਢਾ ਲਾ ਦਿੱਤਾ ਸੱਚੇ ਪਾਤਸ਼ਾਹ ਨੇ, ਜਿਹਦੇ ਤੇ ਸਤਿਗੁਰੂ ਜੀ ਦੇ ਸਿੱਖ ਬਿਰਾਜਮਾਨ ਨੇ ਬਾਬਾ ਬੁੱਢਾ ਸਾਹਿਬ।
ਜਦੋਂ ਮਹਾਰਾਜ ਨੇ ਮੋਢਾ ਲਾਇਆ ਨਾ ਪਾਲਕੀ ਨੂੰ ਬਾਬਾ ਬੁੱਢਾ ਸਾਹਿਬ, ਉਸੇ ਵੇਲੇ ਬਿਰਧ ਸਰੀਰ ਪਾਲਕੀ ਚੋਂ ਛਾਲ ਮਾਰ ਕੇ ਥੱਲੇ ਉਤਰ ਗਏ। ਮਹਾਰਾਜ ਦੇ ਚਰਨਾਂ ਤੇ ਢਹਿ ਪਏ। ਸੱਚੇ ਪਾਤਸ਼ਾਹ ਆਖਿਆ, ਬਾਬਾ ਬੁੱਢਾ ਸਾਹਿਬ ਜੀ, ਤੁਹਾਨੂੰ ਪਤਾ ਵੀ ਰਾਜਾ ਇੱਥੇ ਗੁਰੂ ਸਾਹਿਬ ਦਾ ਚੋਰ ਹੈ। ਤੇ ਰਾਜੇ ਕਿਹਾ ਵੀ ਮਹਾਰਾਜ ਦਾ ਚੋਰ ਹੈ ਤੇ ਮੈਂ ਆਪ ਉਹਨੂੰ ਬੰਨ ਕੇ ਪੇਸ਼ ਕਰਦਾ, ਦੱਸੋ ਕੌਣ ਹੈ। ਤੇ ਭਾਈ ਗੁਰਦਾਸ ਜੀ ਵੱਲੋਂ ਜਦੋਂ ਦੱਸਿਆ, ਰਾਜਾ ਕਹਿੰਦਾ ਵੀ ਜੇ ਇਹ ਚੋਰ ਤੇ ਸਾਧੂ ਕੌਣ ਹੁੰਦੇ। ਭਾਈ ਗੁਰਦਾਸ ਜੀ ਤੋਂ ਇੰਨਾ ਪ੍ਰਭਾਵਿਤ ਸੀ ਰਾਜਾ। ਫਿਰ ਭਾਈ ਗੁਰਦਾਸ ਜੀ ਨੇ ਆਖਿਆ, ਰਾਜਾ ਸਿੱਖ ਠੀਕ ਕਹਿੰਦੇ ਆ, ਮੈਂ ਮਹਾਰਾਜ ਜੀ ਦਾ ਚੋਰ ਹਾਂ, ਝੂਠ ਨਹੀਂ ਬੋਲਦੇ ਸਿੱਖ। ਆਪਣੀਆਂ ਮੁਸ਼ਕਾਂ ਆਪ ਬੰਨ ਲਈਆਂ, ਕਿਉਂਕਿ ਭਾਈ ਗੁਰਦਾਸ ਜੀ ਤਾਂ ਉਹ ਸਿੱਖ ਨੇ ਜਿਨ੍ਹਾਂ ਨੇ ਸਤਿਗੁਰੂ ਗੁਰੂ ਅਰਜਨ ਸਾਹਿਬ ਤੋਂ ਮਾਣ ਬਖਸ਼ਿਸ਼ ਪਾਈ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਆਗਿਆ ਮੰਨ ਕੇ ਜਦੋਂ ਆਏ, ਉਦੋਂ ਹੰਕਾਰ ਨਾਸ਼ ਹੋ ਚੁੱਕਾ ਸੀ, ਨਿਮਾਣੇ ਹੋ ਚੁੱਕੇ ਸੀ। ਭਾਈ ਗੁਰਦਾਸ ਸਾਹਿਬ ਜੀ ਉਹ ਸੁਪਨੇ ਵਿੱਚ ਵੀ ਮਹਾਰਾਜ ਜੀ ਦਾ ਦਰਸ਼ਨ ਕਰਦੇ ਸੀ। ਤੇ ਸਾਧ ਸੰਗਤ ਜੀ, ਏਡਾ ਇਕਾਗਰ ਚਿੱਤ, ਇੰਨੇ ਨਿਮਾਣੇ ਹੋ ਗਏ। ਜਦੋਂ ਸਤਿਗੁਰੂ ਜੀ ਦੇ ਸਾਹਮਣੇ ਨਿਮਾਣੇ ਹੋ ਕਰਕੇ ਆਏ ਨਾ ਹੋਏ, ਅੰਦਰ ਦੀ ਗੱਲ ਤਾਂ ਗੁਰੂ ਸਾਹਿਬ ਜਾਣਦੇ ਜਾਂ ਭਾਈ ਗੁਰਦਾਸ ਜੀ ਜਾਣਦੇ ਆ, ਬਾਹਰੋਂ ਕਿਸੇ ਨੂੰ ਕੀ ਪਤਾ। ਨਾ ਕੋਈ ਬੋਲੇ ਆ ਭਾਈ ਗੁਰਦਾਸ ਜੀ ਨੇ। ਜਦੋਂ ਸਤਿਗੁਰੂ ਦੇ ਦਰਬਾਰ ਵਿੱਚ ਆਏ ਤੇ ਮਹਾਰਾਜ ਜੀ ਨੇ ਉੱਠ ਕੇ ਆਪ ਮੁਸ਼ਕਾਂ ਖੋਲੀਆਂ ਤੇ ਆਪਣੇ ਕੰਠ ਲਾ ਲਿਆ ਸੱਚੇ ਪਾਤਸ਼ਾਹ ਨੇ, ਕਿਉਂਕਿ ਨਿਮਾਣਾ ਹੋ ਗਿਆ ਸੀ ਮਨ ਭਾਈ ਗੁਰਦਾਸ ਜੀ ਦਾ। ਫਿਰ ਸਤਿਗੁਰੂ ਜੀ ਦੇ ਸਨਮੁਖ ਆਖਿਆ ਸੀ ਕਿ ਜੇ ਗੁਰੂ ਸਾਹਿਬ ਭਰਮਾਉਣ ਤਾਂ ਸਿੱਖ ਕੀ ਕਰ ਸਕਦਾ ਹੈ। ਮਹਾਰਾਜ ਸਿੱਖ ਦਾ ਕੋਈ ਚਾਰਾ ਨਹੀਂ, ਆਪ ਜੀ ਦੇ ਪਰਾਇਣ ਹੈ। ਤੇ ਮਹਾਰਾਜ ਤੋਂ ਜਦੋਂ ਮਾਫੀ ਮੰਗੀ, ਸਤਿਗੁਰੂ ਮੈਥੋਂ ਭੁੱਲ ਹੋਈ ਹੈ, ਮਹਾਰਾਜ ਹੱਸ ਕੇ ਕਹਿੰਦੇ, ਭਾਈ ਗੁਰਦਾਸ ਜੀ ਕੱਲੇ ਗਏ ਸੀ ਵੇ 700 ਪੰਡਤਾਂ ਨੂੰ ਸਿੱਖ ਬਣਾ ਲਿਆ ਨਾਲ। 700 ਪੰਡਤ ਨਾਲ ਆਏ ਸੀ ਭਾਈ ਗੁਰਦਾਸ ਜੀ ਦੇ। ਉਹ ਪੰਡਤ ਸਨ ਜਿਹੜੇ ਵੇਦਾਂ ਤੇ ਸ਼ਾਸਤਰਾਂ ਦੇ ਧਨੰਤਰ ਸੀਗੇ। ਭਾਈ ਗੁਰਦਾਸ ਸਾਹਿਬ ਨੇ ਉਹਨਾਂ ਨੂੰ ਜਪਜੀ ਸਾਹਿਬ ਦੀ ਬਾਣੀ ਦੇ ਅਰਥ ਸੁਣਾਏ ਸੀ, ਵਾਹਿਗੁਰੂ ਮੰਤਰ ਦੇ ਅਰਥ ਸੁਣਾਏ ਸੀ। ਤੇ ਜਪਜੀ ਸਾਹਿਬ ਦੀ ਬਾਣੀ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਪੰਡਤਾਂ ਨੇ ਸਿੱਖੀ ਧਾਰਨ ਕੀਤੀ ਸੀ। 700 ਪੰਡਤ ਜਿਹੜੇ ਸੀ ਗੁਰੂ ਸਾਹਿਬ ਦੇ ਸਿੱਖ ਬਣਾਏ ਭਾਈ ਗੁਰਦਾਸ ਜੀ ਨੇ। ਜਿਹੜਾ ਨਿਮਾਣਾ ਹੋ ਕੇ ਸਤਿਗੁਰੂ ਜੀ ਦੇ ਦਰ ਤੇ ਸੇਵਾ ਕਰਦਾ ਨਾ, ਉਹ ਪ੍ਰਵਾਨ ਚੜ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨੂੰ ਆਪਣੀਆਂ ਸਾਰੀਆਂ ਬਖਸ਼ਾਂ ਦੇ ਕੇ ਨਿਹਾਲ ਕਰ ਦਿੰਦੇ ਆ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਉਹ ਨਿਮਾਣਾ ਸਤਿਗੁਰੂ ਅੱਗਾ, ਉਹਦਾ ਮਨਾਂ ਨੂੰ ਨਿਮਾਣਾ ਸਤਿਗੁਰਾਂ ਜੀ ਦੇ ਅੱਗੇ। ਮਤ ਕਿਛ ਆਪ ਲਖਾਵਹਿ, ਮਤਾ ਆਪਣਾ ਆਪ ਕੁਝ ਜਣਾਵੀ ਨਾ ਕਿ ਮੈਨੂੰ ਵੀ ਕੁਝ ਬਿਰਤੀ ਜੁੜਦੀ ਹੈ, ਮੈਨੂੰ ਵੀ ਕੁਝ ਗਿਆਨ ਹੈ। ਸਤਿਗੁਰਾਂ ਦੇ ਅੱਗੇ ਕੁਝ ਵੀ ਮਤਾ ਜਣਾਵੀ ਨਾ, ਬਿਲਕੁਲ ਹੀ ਆਪਣਾ ਆਪ। ਆਪਣਾ ਅਹੰਕਾਰ ਜਗਤ ਜਲਿਆ, ਜਿਹੜਾ ਜਗਤ ਵਾ ਨਾ, ਜਾਂ ਉਤਪਤੀ ਜਿਹਦੀ ਹੁੰਦੀ ਹੈ ਤੇ ਗਤ ਨਾਸ਼ ਹੁੰਦਾ ਰਹਿੰਦਾ, ਜਿਹੜਾ ਉਹ ਹੈ ਜਗਤ। ਉਹ ਸਾਰਾ ਜਗਤ ਹੀ ਆਪਣੇ ਹੰਕਾਰ 'ਚ ਹੀ ਸੜਿਆ ਪਿਆ ਹੈ। ਜਿੰਨਾ ਜਗਤ ਵਾ ਸਭ ਨੂੰ ਹੰਕਾਰ ਹੀ ਵਿਆਪ ਰਿਹਾ, ਹੰਕਾਰ ਵਿੱਚ ਜਲ ਰਹੇ ਆ ਲੋਕ। ਮਤ ਤੂੰ ਆਪਣਾ ਆਪ ਗਵਾਵਹਿ, ਤੇ ਮਤਾਂ ਕਿਤੇ ਤੂੰ ਵੀ ਹੰਕਾਰ ਕਰਕੇ ਆਪਣਾ ਆਪ ਨਾ ਗਵਾ ਲਈ। ਫਿਰ ਗੁਰੂ ਜੀ ਦੇ ਸਨਮੁਖ ਆਖਿਆ ਸੀ ਕਿ ਜੇ ਗੁਰੂ ਸਾਹਿਬ ਭਰਮਾਉਣ ਤਾਂ ਸਿੱਖ ਕੀ ਕਰ ਸਕਦਾ ਹੈ। ਮਹਾਰਾਜ ਸਿੱਖ ਦਾ ਕੋਈ ਚਾਰਾ ਨਹੀਂ, ਆਪ ਜੀ ਦੇ ਪਰਾਇਣ ਹੈ। ਤੇ ਮਹਾਰਾਜ ਤੋਂ ਜਦੋਂ ਮਾਫੀ ਮੰਗੀ, ਸਤਿਗੁਰੂ ਮੈਥੋਂ ਭੁੱਲ ਹੋਈ ਹੈ, ਮਹਾਰਾਜ ਹੱਸ ਕੇ ਕਹਿੰਦੇ, ਭਾਈ ਗੁਰਦਾਸ ਜੀ ਕੱਲੇ ਗਏ ਸੀ ਵੇ 700 ਪੰਡਤਾਂ ਨੂੰ ਸਿੱਖ ਬਣਾ ਲਿਆ ਨਾਲ। 700 ਪੰਡਤ ਨਾਲ ਆਏ ਸੀ ਭਾਈ ਗੁਰਦਾਸ ਜੀ ਦੇ। ਉਹ ਪੰਡਤ ਸਨ ਜਿਹੜੇ ਵੇਦਾਂ ਤੇ ਸ਼ਾਸਤਰਾਂ ਦੇ ਧਨੰਤਰ ਸੀਗੇ। ਭਾਈ ਗੁਰਦਾਸ ਸਾਹਿਬ ਨੇ ਉਹਨਾਂ ਨੂੰ ਜਪਜੀ ਸਾਹਿਬ ਦੀ ਬਾਣੀ ਦੇ ਅਰਥ ਸੁਣਾਏ ਸੀ, ਵਾਹਿਗੁਰੂ ਮੰਤਰ ਦੇ ਅਰਥ ਸੁਣਾਏ ਸੀ। ਤੇ ਜਪਜੀ ਸਾਹਿਬ ਦੀ ਬਾਣੀ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਪੰਡਤਾਂ ਨੇ ਸਿੱਖੀ ਧਾਰਨ ਕੀਤੀ ਸੀ। 700 ਪੰਡਤ ਜਿਹੜੇ ਸੀ ਗੁਰੂ ਸਾਹਿਬ ਦੇ ਸਿੱਖ ਬਣਾਏ ਭਾਈ ਗੁਰਦਾਸ ਜੀ ਨੇ। ਜਿਹੜਾ ਨਿਮਾਣਾ ਹੋ ਕੇ ਸਤਿਗੁਰੂ ਜੀ ਦੇ ਦਰ ਤੇ ਸੇਵਾ ਕਰਦਾ ਹੈ ਨਾ, ਉਹ ਪ੍ਰਵਾਨ ਚੜ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨੂੰ ਆਪਣੀਆਂ ਸਾਰੀਆਂ ਹੀ ਬਖਸ਼ਾਂ ਦੇ ਕੇ ਨਿਹਾਲ ਕਰ ਦਿੰਦੇ ਆ।
ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਉਹ ਨਿਮਾਣਾ ਸਤਿਗੁਰੂ ਅੱਗਾ, ਹੋ ਜਾ ਮਨਾਂ ਨੂੰ ਨਿਮਾਣਾ ਸਤਿਗੁਰਾਂ ਜੀ ਦੇ ਅੱਗੇ। ਮਤ ਕਿਛ ਆਪ ਲਖਾਵਹਿ, ਮਤਾ ਆਪਣਾ ਆਪ ਕੁਝ ਜਣਾਵੀ ਨਾ ਕਿ ਮੈਨੂੰ ਵੀ ਕੁਝ ਬਿਰਤੀ ਜੁੜਦੀ ਹੈ, ਮੈਨੂੰ ਵੀ ਕੁਝ ਗਿਆਨ ਹੈ। ਸਤਿਗੁਰਾਂ ਦੇ ਅੱਗੇ ਕੁਝ ਵੀ ਮਤਾਂ ਜਣਾਵੀ ਨਾ, ਬਿਲਕੁਲ ਹੀ ਆਪਣਾ ਆਪ। ਆਪਣਾ ਅਹੰਕਾਰ ਜਗਤ ਜਲਿਆ, ਜਿਹੜਾ ਜਗਤ ਵੈ ਨਾ, ਜਾਂ ਉਤਪਤੀ ਜਿਹਦੀ ਹੁੰਦੀ ਹੈ ਤੇ ਗਤ ਨਾਸ਼ ਹੁੰਦਾ ਰਹਿੰਦਾ, ਜਿਹੜਾ ਉਹ ਹੈ ਜਗਤ, ਉਹ ਸਾਰਾ ਜਗਤ ਹੀ ਆਪਣੇ ਹੰਕਾਰ 'ਚ ਹੀ ਸੜਿਆ ਪਿਆ ਹੈ। ਜਿੰਨਾ ਜਗਤ ਵੈ ਸਭ ਨੂੰ ਹੰਕਾਰ ਹੀ ਵਿਆਪ ਰਿਹਾ, ਹੰਕਾਰ ਵਿੱਚ ਜਲ ਰਹੇ ਆ ਲੋਕ। ਮਤ ਤੂੰ ਆਪਣਾ ਆਪ ਗਵਾਵਹਿ, ਤੇ ਮਤਾਂ ਕਿਤੇ ਤੂੰ ਵੀ ਹੰਕਾਰ ਕਰਕੇ ਆਪਣਾ ਆਪ ਨਾ ਗਵਾ ਲਈ। ਤੂੰ ਕਿਉਂ ਆਪਣਾ ਨੁਕਸਾਨ ਕਰਾਉਣਾ ਮਨਾ? ਹੰਕਾਰ ਕਰਕੇ ਤੂੰ ਕਿਤੇ ਮਤਾ ਆਪਣਾ ਆਪ ਨਾ ਕਿਤੇ ਗਵਾ ਲਵੀਂ। ਸਤਿਗੁਰ ਕਾ ਭਾਣਾ ਕਰਹਿ ਕਾਰ, ਤੂੰ ਸਤਿਗੁਰੂ ਜੀ ਦੇ ਭਾਣੇ ਵਿੱਚ ਹੁਕਮ ਵਿੱਚ ਚੱਲ ਕਰਕੇ ਕਾਰ ਕਮਾਉਣਾ ਕਰ, ਮਹਾਰਾਜ ਜੀ ਦੀ ਆਗਿਆ ਵਿੱਚ ਚੱਲਣਾ ਕਰ। ਸਤਿਗੁਰ ਕਾ ਭਾਣਾ ਲਾਗ ਰਹੋ, ਸਤਿਗੁਰੂ ਜੀ ਦੇ ਭਾਣੇ ਵਿੱਚ ਹੀ ਤੂੰ ਲੱਗਾ ਰਹੋ, ਮਿੱਠਾ ਕਰਕੇ ਮਹਾਰਾਜ ਦੇ ਭਾਣੇ ਨੂੰ ਆਗਿਆ ਨੂੰ ਮੰਨਣਾ ਕਰ। ਇਉ ਕਹਾ ਨਾਨਕ ਆਪ ਛੱਡ ਸੁਖ ਪਾਵਹਿ, ਇਸ ਤਰ੍ਹਾਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਹਿੰਦੇ, ਤੂੰ ਆਪਣਾ ਆਪ ਛੱਡ ਕੇ ਆਤਮਿਕ ਆਨੰਦ ਦੇ ਸੁੱਖ ਨੂੰ ਪਾ ਲਵੇਂਗਾ। ਮਨ ਨਿਮਾਣਾ ਹੋਏ ਰਹੋ, ਇਸ ਤਰ੍ਹਾਂ ਤੂੰ ਮਨਾਂ ਨਿਮਾਣਾ ਹੋ ਕਰਕੇ ਰਹਿਣਾ ਕਰ। ਇਸ ਤਰ੍ਹਾਂ ਤੂੰ ਨਿਮਾਣਾ ਬਣ ਜਾ, ਆਪਣਾ ਆਪ ਛੱਡ ਦੇ, ਸਤਿਗੁਰੂ ਜੀ ਦੇ ਅੱਗੇ ਹੱਥ ਜੋੜ ਕਰਕੇ ਮਹਾਰਾਜ ਦੀ ਆਗਿਆ ਵਿੱਚ ਚੱਲਣਾ ਕਰ, ਸਤਿਗੁਰੂ ਜੀ ਦੇ ਹੁਕਮ ਨੂੰ ਮਿੱਠਾ ਕਰਕੇ ਮੰਨਣਾ ਕਰ। ਇਸ ਤਰ੍ਹਾਂ ਤੇਰੇ ਅੰਦਰੋਂ ਹੰਕਾਰ ਨਾਸ਼ ਹੋ ਜਾਵੇਗਾ। ਇਹ ਸਤਿਗੁਰਾਂ ਜੀ ਨੇ ਸਿੱਖਿਆ ਬਖਸ਼ਿਸ਼ ਕੀਤੀ ਹੈ। ਮਹਾਰਾਜ ਜੀ ਮਿਹਰ ਕਰਨ। ਹੋ ਗਿਆ ਬੰਦ ਸਮ। ਸਤਿਗੁਰੂ ਜੀ ਦਾ ਪਵਿੱਤਰ ਉਪਦੇਸ਼ ਹਿਰਦੇ ਵਿੱਚ ਵਸੇ। 7 ਪਦ ਜਿਹੜੇ ਆ ਉਹ ਸੰਪੂਰਨ ਹੋਏ ਆ, 3 ਪਦ ਰਹਿੰਦੇ ਆ, ਫਿਰ ਸ਼ਬਦ ਸੰਪੂਰਨ ਹੋਵੇਗਾ। ਸੱਚੇ ਪਾਤਸ਼ਾਹ ਗਰੀਬ ਨਵਾਜ ਰਹਿਮਤ ਕਰਨ। ਮਹਾਰਾਜ ਦਾ ਅੰਮ੍ਰਿਤ ਉਪਦੇਸ਼ ਹਿਰਦੇ 'ਚ ਵਸੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਸਤਿਗੁਰ ਕਾ ਭਾਣਾ ਕਰਹਿ ਕਾਰ, ਸਤਿਗੁਰ ਕਾ ਭਾਣਾ ਲਾਗ ਰਹੋ। ਇਉ ਕਹਾ ਨਾਨਕ ਆਪ ਛੱਡ ਸੁਖ ਪਾਵਹਿ, ਮਨ ਨਿਮਾਣਾ ਹੋਏ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।